10 ਸਾਲਾਂ 'ਚ ਜਿਹੜੇ ODSP ਲੈਣ ਵਾਲੇ ਨੇ ਉਹ 50% 50% ਵੱਧ ਕੇ ਨੇ, ਪਾਪੂਲੇਸ਼ਨ ਸਿਰਫ 12% ਵਧੀ ਹੈ ਓਨਟਾਰੀਓ 'ਚ। ਤੁਸੀਂ ਲੌਜਿਕਲੀ ਇਹ ਸੋਚ ਸਕਦੇ ਹੋ ਕਿ ਬਹੁਤ ਪਰਸੈਂਟੇਜ ਆਫ ਦ ਰੈਸੀਪੀਐਂਟਸ ਆਰ ਦੋਜ਼ ਦੈਟ ਐਕਚੁਅਲੀ ਡੂ ਨਾਟ ਕੁਆਲੀਫਾਈ ਔਰ ਸ਼ੁੱਡ ਨਾਟ ਬੀ ਰਿਸੀਵਿੰਗ ਦਿਸ ਫੰਡਿੰਗ। ਮਤਲਬ ਹੈਰਾਨੀ ਦੀ ਇਸ ਗੱਲ ਇਸ ਮੈਨੂੰ ਸੁਣ ਕੇ ਹੋ ਰਹੀ ਹੈ। ਇੱਕ ਐਨੂਅਲ ਪ੍ਰੋਗਰਾਮ, ਇੱਕ ਪ੍ਰੋਗਰਾਮ ਹੈ, ਬਾਕੀ ਪ੍ਰੋਗਰਾਮ ਦਾ ਕੀ ਹਾਲ ਹੋਏਗਾ ਫਿਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਜਿਹਦਾ ਸਾਲ ਦਾ $5 ਬਿਲੀਅਨ ਤੋਂ ਵੱਧ ਦਾ ਬਜਟ ਹੈ, ਉਹਦੇ 'ਚ ਸਰਕਾਰ ਦਾ ਆਪਣਾ ਆਡੀਟਰ ਜਨਰਲ ਕਹਿ ਰਿਹਾ ਕਿ 1 ਬਿਲੀਅਨ ਤੋਂ ਵੱਧ ਓਵਰਪੇ ਕੀਤਾ ਗਿਆ। ਹਾਂਜੀ, ਦ ਮੇਨ ਗੋਲ ਇਜ਼ ਕਿ ਉਹ ਆਡੀਟਰ ਜਨਰਲ ਆਪ ਕਹਿ ਰਹੇ ਨੇ ਕਿ ਫੰਡਿੰਗ ਵੇਸਟ ਹੋ ਰਹੀ ਹੈ ਅਤੇ ਉਹ ਫੰਡਿੰਗ ਜੇ ਕਲੈਕਟ ਹੋ ਰਹੀ ਹੈ ਤਾਂ ਰੀਐਲੋਕੇਟ ਵੀ ਹੋ ਸਕਦੀ ਹੈ, ਸੱਚ ਐਜ਼ ਆਪਣੇ ਆਟਿਸਟਿਕ ਪ੍ਰੋਗਰਾਮ 'ਚ। ਇਹ ਨਹੀਂ ਹੈ ਕਿ ਪੈਸੇ ਨਹੀਂ ਹਨ, ਪੈਸੇ ਬਰਬਾਦ ਹੋ ਰਹੇ ਨੇ, ਗਲਤ ਜਗ੍ਹਾ 'ਤੇ ਜਾ ਰਹੇ ਨੇ ਅਤੇ ਜਿੱਥੇ ਨਹੀਂ ਜ਼ਰੂਰਤ ਹੈ ਉੱਥੇ ਜਾ ਰਹੇ ਨੇ। ODSP ਥੋੜ੍ਹਾ ਜਿਹਾ ਐਕਸਪਲੇਨ ਕਰੋ, ਹੋ ਸਕਦਾ ਬਹੁਤ ਸਾਰਿਆਂ ਨੂੰ ਪਤਾ ਨਾ ਹੋਏਗਾ ਕਿ ਹੈ ਕੀ ਹੈ। ਸ਼ਮੀਲ ਜੀ, ਆਪਣੀ ਕੰਟਰੀ ਦਾ ਜੋ ਬੈਕਬੋਨ ਹੈ, ਜੋ ਕਿ ਟਿਪੀਕਲ ਡਿਵੈਲਪਡ ਕੰਟਰੀਜ਼ ਦਾ ਹੁੰਦਾ ਹੈ, ਉਹ ਥੋੜ੍ਹਾ ਸੋਸ਼ਲੀ ਸੈਂਸਿਟਿਵ ਵੀ ਹੈ। ਯਾਨੀ ਕਿ ਆਪਣਾ ਜਿਹੜਾ ਤਬਕਾ ਪਾਪੂਲੇਸ਼ਨ ਦਾ, ਜਿਹਨੂੰ ਕਿਸੇ ਤਰ੍ਹਾਂ ਦੀ ਸਪੋਰਟ ਦੀ ਜ਼ਰੂਰਤ ਹੈ, ਕਿਸੇ ਤਰ੍ਹਾਂ ਦੀ ਸੋਸ਼ਲ ਨੀਡਸ ਦੀ ਜ਼ਰੂਰਤ ਹੈ, ਚਾਹੇ ਉਹ ਇਕਨੋਮਿਕ ਨੀਡਸ ਨੇ, ਚਾਹੇ ਹੈਲਥ ਨੀਡਸ ਨੇ, ਉਹਨਾਂ ਨੂੰ ਸਪੋਰਟ ਕਰਨਾ ਇੱਕ ਆਪਣਾ ਅਖਲਾਕੀ ਫਰਜ਼ ਸਮਝਦੇ ਹਾਂ ਆਪਾਂ, ਐਂਡ ਇੱਕ ਅੱਛੀ ਸੁਸਾਇਟੀ ਦੀ ਨਿਸ਼ਾਨੀ ਵੀ ਹੈ। ਸੋ ਕੈਨੇਡਾ ਇੱਕ ਇਕੱਲੀ ਕੰਟਰੀ ਨਹੀਂ ਹੈ ਜਿੱਥੇ ਇਹੋ ਜਿਹੇ ਸੋਸ਼ਲ ਪ੍ਰੋਗਰਾਮਸ ਪ੍ਰੈਵਲੈਂਟ ਨੇ। ਮੋਸਟ ਆਫ ਦ ਡਿਵੈਲਪ ਵਰਲਡ ਜਿਹੜਾ ਹੈਗਾ ਉਹਦੇ 'ਚ ਇਹੋ ਜਿਹੇ ਸੋਸ਼ਲ ਪ੍ਰੋਗਰਾਮਸ ਐਗਜ਼ਿਸਟ ਕਰਦੇ ਆ। ਸੋ ਹੁਣ ਅਗਰ ਕੈਨੇਡਾ ਵੱਲ ਗੱਲ ਕਰੀਏ ਤਾਂ 2 ਲੈਵਲ ਦੀਆਂ ਆਪਾਂ ਨੂੰ ਪਤਾ ਗਵਰਨਮੈਂਟਸ ਨੇ, ਫੈਡਰਲ ਐਂਡ ਪ੍ਰੋਵਿੰਸ਼ੀਅਲ। ਦੋਨੋਂ ਲੈਵਲ ਦੀਆਂ ਗਵਰਨਮੈਂਟਸ ਕੁਛ ਨਾ ਕੁਛ ਸੋਸ਼ਲੀ ਸੋਸ਼ਲ ਪ੍ਰੋਗਰਾਮਸ ਰਨ ਕਰਦੀਆਂ, ਜਿਹੜੇ ਆਪਾਂ ਨੂੰ ਬਹੁਤ ਪੋਪੂਲਰਲੀ ਪਤਾ ਨੇ। ਉਹ ਹੈਗੇ ਜਿਵੇਂ ਚਾਈਲਡ ਕੇਅਰਸ ਬੈਨੀਫਿਟ ਫੰਡ ਹੈਗਾ ਜਾਂ ਪ੍ਰੋਗਰਾਮ ਹੈਗਾ, ਅਤੇ ਜਾਂ ਫਿਰ CCP ਵਿਚ ਇਜ਼ ਓਲਡ ਏਜ ਪੈਨਸ਼ਨ ਆਪਾਂ ਕਹਿੰਦੇ ਹਾਂ, ਅਤੇ ਹੋਰ ਆਪਣੀ ਸੋਸ਼ਲ ਅਸਿਸਟੈਂਸ ਜਿਹੜੇ ਲੋਕਾਂ ਨੂੰ ਘੱਟ ਇਨਕਮ ਵਾਲੇ ਨੇ ਉਹਨਾਂ ਨੂੰ ਸਪਲੀਮੈਂਟਸ ਦਿੰਦੇ ਜਾਂਦੇ ਆ, ਉਹ ਫੈਡਰਲ ਲੈਵਲ ਦੇ ਨੇ। ਅਤੇ ਪ੍ਰੋਵਿੰਸ਼ੀਅਲ ਲੈਵਲ 'ਤੇ ਹਰ ਇੱਕ ਪ੍ਰੋਵਿੰਸ ਜਿਹੜਾ ਹੈ ਉਹ ਆਪਣੇ ਲੈਵਲ 'ਤੇ ਇਹਨਾਂ ਪ੍ਰੋਗਰਾਮਸ ਨੂੰ ਫੰਡ ਕਰਦਾ ਹੈ, ਲੈਜਿਸਲੇਟ ਕਰਦਾ ਹੈ, ਐਂਡ ਉਹ ਜਿਹੜੇ ਵੀ ਆਪਣੇ ਲੀਗਲ ਸਟੈਟਿਊਟਸ ਨੇ ਉਹਨਾਂ ਦੇ ਬਿਹਾਫ 'ਤੇ, ਉਹਨਾਂ ਦੇ ਅੰਤਰਗਤ ਉਹ ਪ੍ਰੋਗਰਾਮਸ ਰਨ ਕਰਦੇ ਨੇ। ਓਨਟਾਰੀਓ 'ਚ ਖਾਸ ਕਰਕੇ 2 ਪ੍ਰੋਗਰਾਮਸ ਨੇ। ਇੱਕ ਪ੍ਰੋਗਰਾਮ ਹੈ, ਉਹਨੂੰ ਕਹਿੰਦੇ ਆ ਓਨਟਾਰੀਓ ਵਰਕਸ, ਅਤੇ ਦੂਸਰੇ ਨੂੰ ਕਹਿੰਦੇ ਆ ODSP, ਯਾਨੀ ਕਿ ਓਨਟਾਰੀਓ ਡਿਸੇਬਿਲਿਟੀ ਸਪੋਰਟ ਪ੍ਰੋਗਰਾਮ। ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ ਉਹ ODSP ਦੇ ਉੱਤੇ ਹੈ, ਅਤੇ ODSP ਇੱਕ ਐਕਟ ਦੇ ਤਹਿਤ ਹੈ, ਐਂਡ ਐਕਟ ਵੀ ਇਸ ਪ੍ਰੋਗਰਾਮ ਦੇ ਉੱਤੇ ਹੀ ਨਾਂ ਹੈ ਉਹਦਾ, ਓਨਟਾਰੀਓ ਡਿਸੇਬਿਲਿਟੀ ਸਪੋਰਟ ਪ੍ਰੋਗਰਾਮ ਐਕਟ। 1998 ਦੇ ਵਿੱਚ ਇਹ ਐਕਟ ਇਨੈਕਟ ਹੋਇਆ ਸੀ, ਇਨਫੋਰਸ ਹੋਇਆ ਸੀ, ਅਤੇ ਆਲਮੋਸਟ ਉਦੋਂ ਤੋਂ ਹੀ, ਜਦ ਕਿ ਇਸ ਤੋਂ ਪਹਿਲਾਂ ਇੱਕ ਪ੍ਰੈਡੀਸੈਸਰ ਲਾਅ ਸੀਗਾ, ਐਕਟ ਸੀਗਾ, ਜਿਹਦੇ 'ਚ ਇਹੋ ਜਿਹੇ ਪ੍ਰੋਗਰਾਮ ਰਨ ਕੀਤੇ ਜਾਂਦੇ ਸੀ। ਪਰ ਬਾਏ ਐਂਡ ਲਾਰਜ ਆਪਾਂ ਕਹਿ ਸਕਦੇ ਹਾਂ ਵੀ ਇਸ ਐਕਟ ਤੋਂ ਬਾਅਦ ਇਹ ਪ੍ਰੋਗਰਾਮ ਪ੍ਰੋਪਰਲੀ ਰਨ ਹੋਣਾ ਸ਼ੁਰੂ ਹੋਇਆ। ਸੋ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਕੈਂਡੀਡੇਟਸ ਨੇ, ਐਲੀਜੀਬਲ ਪਾਪੂਲੇਸ਼ਨ ਹੈ, ਉਹਨਾਂ ਨੂੰ ਕੁਛ ਕ੍ਰਾਈਟੀਰੀਆ ਮੀਟ ਕਰਨਾ ਪੈਂਦਾ ਹੈ ਇਸ ਫੰਡ ਲਈ ਜਾਂ ਇਸ ਪ੍ਰੋਗਰਾਮ ਲਈ ਕੁਆਲੀਫਾਈ ਕਰਨ ਲਈ। ਇਸ ਪ੍ਰੋਗਰਾਮ ਦੇ ਵਿੱਚ ਔਸਤਨ ਜਿਹੜਾ ਕੁਆਲੀਫਾਈਂਗ ਕੈਂਡੀਡੇਟ ਹੈ, ਇੱਕ ਇੰਡੀਵਿਜੂਅਲ ਹੈ, ਉਹ ਅਬਾਊਟ $1,200 ਤੋਂ $1,500 ਉਹਨਾਂ ਨੂੰ ਪਰ ਮੰਥ ਦਿੱਤਾ ਜਾਂਦਾ ਹੈ। ਐਂਡ ਉਹ ਕ੍ਰਾਈਟੀਰੀਆ ਔਨ ਦ ਬੁੱਕ ਕਾਫੀ ਸਟ੍ਰਿਕਟ ਹੈ। ਉਹ ਆਪਾਂ ਹੁਣ ਬਾਅਦ 'ਚੋਂ ਡਿਸਕਸ ਕਰਾਂਗੇ ਕਿ ਉਹ ਕ੍ਰਾਈਟੀਰੀਆ ਐਕਚੁਅਲੀ ਮੀਟ ਹੋ ਰਿਹਾ ਕਿ ਨਹੀਂ, ਐਂਡ ਉੱਥੇ ਕੀ ਲੀਕੇਜ ਹੋ ਰਹੀ ਹੈ। ਸੋ ਕ੍ਰਾਈਟੀਰੀਆ 'ਚ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ ਉਹ ਇਹ ਨੇ ਕਿ ਤੁਸੀਂ ਫਾਈਨੈਂਸ਼ੀਅਲੀ ਕਿੰਨੇ ਇੰਡੀਪੈਂਡੈਂਟ ਜਾਂ ਡਿਪੈਂਡੈਂਟ ਹੋ, ਤੁਹਾਨੂੰ ਕੋਈ ਫਿਜ਼ੀਕਲ, ਮੈਂਟਲ ਜਾਂ ਕੋਈ ਸੋਸ਼ੋਲੋਜੀਕਲ, ਸਾਈਕੋਲੋਜੀਕਲ ਡਿਸੇਬਿਲਿਟੀ ਹੈ ਜਾਂ ਨਹੀਂ। ਐਂਡ ਉਹ ਡਿਸੇਬਿਲਿਟੀ ਦੀ ਵੀ ਬਹੁਤ ਖਾਸ ਡੈਫੀਨੇਸ਼ਨ ਹੈ। ਉਸ ਡੈਫੀਨੇਸ਼ਨ ਨੂੰ ਮੀਟ ਕਰਨਾ ਆਪਣੇ ਜਿਹੜੇ ਹੈਲਥ ਕੇਅਰ ਪ੍ਰੋਵਾਈਡਰਸ ਨੇ, ਅਗੈਨ ਇਹ ਵੀ ਬਰਡਨ ਉਹਨਾਂ 'ਤੇ ਪੈਂਦਾ। ਆਪਾਂ ਪਿਛਲੇ ਸੀਰੀਜ਼ 'ਚ ਕਾਫੀ ਗੱਲ ਕੀਤੀ ਹੈ ਹੈਲਥ ਕੇਅਰ ਦੇ ਉੱਤੇ ਬਰਡਨ। ਇਹ ਵੀ ਇੱਕ ਐਡੀਸ਼ਨਲ ਰੋਲ ਹੈ ਆਪਣੇ ਹੈਲਥ ਕੇਅਰ ਪ੍ਰੋਵਾਈਡਰਸ ਦਾ, ਚਾਹੇ ਉਹ ਫਿਜ਼ੀਸ਼ੀਅਨਸ ਨੇ, ਫੈਮਿਲੀ ਫਿਜ਼ੀਸ਼ੀਅਨਸ ਨੇ, ਚਾਹੇ ਉਹ ਆਪਟੋਮੈਟ੍ਰਿਸਟ ਨੇ, ਆਪਟੀਸ਼ੀਅਨਸ ਨੇ। ਇਹ ਸਾਰੀ ਕੈਟੇਗਰੀਜ਼ ਦੇ ਜਿਹੜੇ ਹੈਲਥ ਕੇਅਰ ਪ੍ਰੋਵਾਈਡਰਸ ਨੇ ਉਹਨਾਂ ਦੇ ਉੱਤੇ ਬਰਡਨ ਹੈ ਕਿ ਉਹ ਇਸ ਅਸੈਸਮੈਂਟ ਨੂੰ ਪ੍ਰੋਸੈਸ ਕਰਨ ਮਿਨਿਸਟਰੀ ਵਾਸਤੇ, ਜਿਹੜੀ ਮਿਨਿਸਟਰੀ ਇਸ ਪ੍ਰੋਗਰਾਮ ਨੂੰ ਰਨ ਕਰਦੀ ਹੈ। ਮੈਂ ਦੱਸਵਾਂ ਕਿ ਜਿਹੜੀ ਮਿਨਿਸਟਰੀ ਇਸ ਪ੍ਰੋਗਰਾਮ ਨੂੰ ਰਨ ਕਰਦੀ ਹੈ ਉਹ ਹੈਗੀ ਆ ਮਿਨਿਸਟਰੀ ਆਫ ਚਿਲਡਰਨ ਐਂਡ ਕਮਿਊਨਿਟੀ ਸਰਵਿਸਿਜ਼। ਸੋ ਉਹਨਾਂ ਨੂੰ ਓਨਟਾਰੀਓ ਗਵਰਨਮੈਂਟ ਫੰਡ ਕਰਦੀ ਹੈ। ਅੱਜ ਐਜ਼ ਇਨ 2023 ਮਾਰਚ ਦੇ ਬਜਟ ਦੇ ਵਿੱਚ ਇਹਨਾਂ ਦੀ ਫੰਡਿੰਗ ਅਪਰੋਕਸੀਮੇਟਲੀ $5.5 ਬਿਲੀਅਨ। ਸੋ 5.5 ਬਿਲੀਅਨ ਸਿਰਫ ਇਸ ਇੱਕ ਪ੍ਰੋਗਰਾਮ ਦੇ ਖਰਚ ਹੁੰਦਾ? ਹਾਂਜੀ।
ਅੱਛਾ। ਹਾਂਜੀ। ਐਂਡ ਜਿਹੜੀ ਇੰਟਰਸਟਿੰਗ ਚੀਜ਼ ਹੈ, ਜਿਵੇਂ ਕਹਿੰਦੇ ਬ੍ਰੇਕਿੰਗ ਨਿਊਜ਼ ਹੈ, ਉਹ ਇਹ ਹੈ ਕਿ ਆਪਣਾ ਜਿਹੜਾ ਆਡੀਟਰ ਜਨਰਲ ਆਫ ontario ਹੈ, ਉਹਨਾਂ ਦਾ ਰੋਲ ਹੈ ਕਿ ਇਹੋ ਜਿਹੇ ਪ੍ਰੋਗਰਾਮਸ ਨੂੰ ਐਂਡ ਅਦਰਵਾਈਜ਼ ontario ਗਵਰਨਮੈਂਟ ਨੂੰ ਮੋਨੀਟਰ ਕਰਨਾ ਜਾਂ ਉਹਨਾਂ ਨੂੰ ਆਡਿਟ ਕਰਨਾ ਉਹਨਾਂ ਦੇ ਪ੍ਰੋਗਰਾਮਸ ਨੂੰ ਕਿ ਕਿੱਥੇ ਕੀ ਹੋ ਰਿਹਾ। ਉਹਨਾਂ ਨੇ 2019 'ਚ ਇੱਕ ਰਿਪੋਰਟ ਸ਼ੇਅਰ ਕੀਤੀ ਸੀਗੀ, ਐਨੂਅਲ ਰਿਪੋਰਟ ਉਹ ਕਰਦੇ ਨੇ। ਉਹਦੇ ਵਿੱਚ ਉਹ ਡਿਫਰੈਂਟ ਡਿਪਾਰਟਮੈਂਟਸ ਦੇ, ਡਿਫਰੈਂਟ ਮਿਨਿਸਟਰੀਜ਼ ਦੇ ਉਹ ਜੋ ਉਹਨਾਂ ਨੇ ਡੇਟਾ ਜਾਂ ਉਹਨਾਂ ਨੇ ਰਿਸਰਚ ਕੀਤੀ ਹੈ, ਆਡਿਟ ਕੀਤਾ ਹੈ ਉਹਨਾਂ ਨੇ ਫਾਈਨੈਂਸਿਸ ਦਾ ਅਤੇ ਹੋਰ ਪ੍ਰੋਗਰਾਮਸ ਕਿਸ ਤਰ੍ਹਾਂ ਰਨ ਹੋ ਰਿਹਾ। ਉਹਦੇ ਵਿੱਚ ਇੱਕ ਸੈਕਸ਼ਨ ਸੀਗਾ ontario ਡਿਸੇਬਿਲਿਟੀ ਪ੍ਰੋਗਰਾਮ ਵਾਸਤੇ ਵੀ। ਐਂਡ ਉਹ ਰਿਪੋਰਟ ਨੇ ਕਾਫੀ ਆਈ ਵੁੱਡ ਸੇ ਸਟੈਗਰਿੰਗ ਚੀਜ਼ਾਂ ਦਿਖਾਈਆਂ ਕਿ ਆਪਣੀ ਪਾਪੂਲੇਸ਼ਨ ਪਿਛਲੇ 10 ਸਾਲਾਂ 'ਚ ਉਹਨਾਂ ਨੇ ਕਿਹਾ ਵੀ ਪਿਛਲੀ ਰਿਪੋਰਟ 'ਚ ਅਸੀਂ 2009 'ਚ ODSP ਬਾਰੇ ਲਿਖਿਆ ਅਤੇ ਹੁਣ ਅਸੀਂ 2019 'ਚ ਲਿਖ ਰਹੇ ਹਾਂ ਵੀ ontario ਦੀ ਪਾਪੂਲੇਸ਼ਨ ਸਿਰਫ 12% ਵਧੀ ਹੈ, ਜਦ ਕਿ ਜਿਹੜੇ ਰੈਸੀਪੀਐਂਟਸ ਨੇ ODSP ਕਲੇਮ ਰੈਸੀਪੀਐਂਟਸ ਨੇ ਉਹ 50% ਵੱਧ ਗਏ ਨੇ। ਯਾਨੀ ਕਿ ਜਿਹੜੇ ਕਿੰਨੇ ਸਾਲਾਂ 'ਚ? 10 ਸਾਲਾਂ 'ਚ, ਇੱਕ 10 ਸਾਲਾਂ 'ਚ ਜਿਹੜੇ ODSP ਲੈਣ ਵਾਲੇ ਨੇ ਉਹ 50% ਵੱਧ ਗਏ ਨੇ, ਪਾਪੂਲੇਸ਼ਨ ਸਿਰਫ 12% ਵਧੀ ਆ ontario 'ਚ। ਐਂਡ ਹੋਰ ਇੱਕ ਇੰਟਰਸਟਿੰਗ ਚੀਜ਼ ਕਿ ontario ਹੀ ਇੱਕ ਇਹੋ ਜਿਹਾ ਪ੍ਰੋਵਿੰਸ ਹੈ ਜਿਹਦੇ ਵਿੱਚ ODSP ਸਭ ਤੋਂ ਜ਼ਿਆਦਾ ਫੰਡਿੰਗ ਐਲੋਕੇਟ ਕੀਤੀ ਜਾਂਦੀ ਹੈ, 2.5% ਆਫ ਦ ਬਜਟ, ਜੋ ਕਿ ਬਾਕੀ ਸਾਰੇ ਪ੍ਰੋਵਿੰਸਿਸ ਨਾਲੋਂ ਹੁਣ ਦੂਜੇ ਦੋ ਵੱਡੇ ਪ੍ਰੋਵਿੰਸ ਬ੍ਰਿਟਿਸ਼ ਕੋਲੰਬੀਆ ਅਤੇ ਕਬੈਕ ਹੈ, ਬਟ ontario ਇੱਕ ਇਹੋ ਜਿਹਾ ਪ੍ਰੋਵਿੰਸ ਹੈ ਜਿਹਦੇ ਵਿੱਚ ਆਪਾਂ ਸਭ ਤੋਂ ਜ਼ਿਆਦਾ ਫੰਡਿੰਗ ਇਸ ਪ੍ਰੋਗਰਾਮ ਨੂੰ ਦਿੰਦੇ ਹਾਂ। ਇਸ ਸਰਕਾਰੀ ਤੰਤਰ ਨੂੰ ਅਤੇ ਸਰਕਾਰੀ ਪੈਸੇ ਨੂੰ ਜਾਂ ਟੈਕਸ ਪੇਅਰ ਦੇ ਮਨੀ ਨੂੰ ਚੂਸਣ ਵਾਲੇ, ਉਹਨੂੰ ਖਾਣ ਵਾਲੇ, ਮਤਲਬ ਪਾਪੂਲੇਸ਼ਨ 'ਚ ਮਤਲਬ ਇੰਨਾ ਵੱਡਾ ਨੰਬਰ ਜਦੋਂ ਹੋਏਗਾ ਅਤੇ ਕਿਸ ਪਾਸੇ ਨੂੰ ਜਾਏਗਾ ਫਿਰ ਪ੍ਰੋਵਿੰਸ ਜਾਂ ਸੂਬਾ। ਅਤੇ ਤੁਸੀਂ ਦੱਸਿਆ ਕਿ ਆਪਾਂ ਥੋੜ੍ਹੀ ਜਿਹੀ ਨਜ਼ਰ ਮਾਰੀਏ ਕਿ ਇਹਦੇ 'ਚ ਖਰਚਾ ਕਿੰਨਾ ਹੋ ਰਿਹਾ। ਇਹਦੇ ਲਈ ਜਿਹੜੇ ਕੁਆਲੀਫਾਈ ਕਿਵੇਂ ਕਰਦੇ ਨੇ ਲੋਕ, ਥੋੜ੍ਹਾ ਜਿਹਾ ਉਸ ਪਾਸੇ ਜਾਈਏ ਪਹਿਲਾਂ। ਸੋ ਕਿਉਂਕਿ ਇਹ ਐਕਟ ਹੀ ਡਿਸੇਬਿਲਿਟੀ ਸਪੋਰਟ ਵਾਸਤੇ ਹੈ, ਸੋ ਡਿਸੇਬਿਲਿਟੀ ਬਹੁਤ ਕੀ ਫੈਕਟਰ ਹੈ ਕੁਆਲੀਫਾਈ ਕਰਨ ਦਾ। ਜੋ ਕੋਈ ਡਿਸੇਬਲਡ ਹੈ, ਹੁਣ ਡਿਸੇਬਲਡ ਬੰਦਾ ਸਿਰਫ ਜਾਂ ਕੋਈ ਲੇਡੀ ਕੋਈ ਸਿਰਫ ਫਿਜ਼ੀਕਲੀ ਡਿਸੇਬਲਡ ਨਹੀਂ, ਮੈਂਟਲ ਡਿਸੇਬਿਲਿਟੀਜ਼ ਨੂੰ ਵੀ ਡਿਸੇਬਿਲਿਟੀ ਦੇ ਵਿੱਚ ਗਿਣਿਆ ਜਾਂਦਾ ਹੈ। ਆਪਣਾ ਜਿਹੜਾ ਹਿਊਮਨ ਰਾਈਟਸ ਕੋਡ ਆਫ ontario ਹੈ ਉਹ ਵੀ ਡਿਸੇਬਿਲਿਟੀ ਨੂੰ ਬਹੁਤ ਵਾਈਡਲੀ ਐਂਡ ਰਾਈਟਫੁਲੀ ਉਸ ਤਰੀਕੇ ਨਾਲ ਦੇਖਦਾ ਹੈ ਕਿ ਡਿਸੇਬਿਲਿਟੀ ਸਿਰਫ ਇੱਕੋ ਤਰ੍ਹਾਂ ਦੀ ਨਹੀਂ ਹੈ, ਡਿਸੇਬਿਲਿਟੀ ਬਹੁਤ ਤਰ੍ਹਾਂ ਦੀ ਹੋ ਸਕਦੀ ਹੈ। ਸੋ ਸਿਮਿਲਰਲੀ ਉਹੀ ਡੈਫੀਨੇਸ਼ਨ ਜੋ ਆਪਣੇ ontario ਹਿਊਮਨ ਰਾਈਟਸ ਕੋਡ 'ਚ ਹੈ ਉਹੀ ਆਪਣੇ ਇਸ ਐਕਟ ਨੇ ਵੀ ਅਡੋਪਟ ਕੀਤੀ ਹੈ ਵੀ ਡਿਸੇਬਿਲਿਟੀ ਬਹੁਤ ਡਿਫਰੈਂਟ ਤਰੀਕੇ ਦੀ ਹੋ ਸਕਦੀ ਹੈ। ਕਿਸੇ ਨੂੰ ਨਜ਼ਰ ਦੀ ਹੋ ਸਕਦੀ ਹੈ, ਕਿਸੇ ਨੂੰ ਫਿਜ਼ੀਕਲ ਤੁਰਨ ਫਿਰਨ ਦੀ ਹੋ ਸਕਦੀ ਹੈ, ਕਿਸੇ ਨੂੰ ਮੈਂਟਲ ਕੋਗਨੀਟਿਵ ਡਿਸਆਰਡਰ ਹੋ ਸਕਦਾ ਹੈ, ਕਿਸੇ ਨੂੰ ਜੈਨੇਟਿਕਲੀ ਹੋ ਸਕਦਾ, ਕਿਸੇ ਨੂੰ ਬਾਈ ਬਰਥ ਹੋ ਸਕਦਾ। ਸੋ ਬਹੁਤ ਡਿਫਰੈਂਟ ਤਰੀਕੇ ਦੇ ਡਿਸੇਬਲਡ ਲੋਕ ਨੇ ਜਿਹੜੇ ਕਿ ਇਸ ਚੀਜ਼ 'ਚ ਕੁਆਲੀਫਾਈ ਕਰਦੇ ਆ। ਸੈਕਿੰਡ ਚੀਜ਼ ਹੈ ਕਿ ਸੋ ਡਿਸੇਬਲਡ ਹੋਣਾ ਇੱਕ ਚੀਜ਼ ਹੈ, ਸੈਕਿੰਡ ਹੈ ਫਾਈਨੈਂਸ਼ੀਅਲ ਨੀਡ। ਸੋ ਤੁਸੀਂ ਤੁਹਾਡੀ ਜਿਹੜੀ ਐਨੂਅਲ ਹਾਊਸ ਹੋਲਡ ਇਨਕਮ ਹੈ ਜਾਂ ਫਿਰ ਅਗਰ ਤੁਸੀਂ ਸਿੰਗਲ ਹੋ ਤਾਂ ਤੁਹਾਡੀ ਪਰਸਨਲ ਇਨਕਮ ਹੈ ਉਹ ਸਰਟਨ ਥ੍ਰੈਸ਼ਹੋਲਡ ਤੋਂ ਘੱਟ ਹੋਣੀ ਚਾਹੀਦੀ ਹੈ। ਐਂਡ ਉਹ ਆਲਮੋਸਟ 500,000 ਲੋਕ ਨੇ ਜਿਹੜੇ ontario 'ਚ ਇਹ ਕਰੰਟਲੀ ਡਿਸੇਬਿਲਿਟੀ ਪ੍ਰੋਗਰਾਮ ਬੈਨੀਫਿਟ ਕਰ ਰਹੇ ਨੇ। ਓਵਰ 500,000, ਹਾਂਜੀ, ਅਬਾਊਟ 6 ਲੱਖ ਲੋਕ ਨੇ ਜਿਹੜੇ ਉਹ ਡਿਸੇਬਿਲਿਟੀ ਪ੍ਰੋਗਰਾਮ ਦੇ ਵਿੱਚ ਬੈਨੀਫਿਟ ਲੈ ਰਹੇ ਨੇ। ਐਂਡ 2030 ਤੱਕ ਜੋ ਆਪਣਾ ਪੀਟਰ ਮੰਕ ਸਕੂਲ ਆਫ ਪਬਲਿਕ ਹੈਲਥ ਹੈ ਟੋਰਾਂਟੋ 'ਚ, ਉਹਨਾਂ ਨੇ ਇਹ ਅਸੈਸ ਕੀਤਾ ਕਿ 2030 ਤੱਕ ਡਿਸੇਬਿਲਿਟੀ ਕਿਹੋ ਜਿਹੀ ਚੀਜ਼ ਹੈ ਸ਼ਮੀਲ ਜੀ ਕਿ ਜਿਸ ਤਰ੍ਹਾਂ ਏਜ ਪ੍ਰੋਗਰੈਸ ਕਰਦੀ ਹੈ ਆਪਣੇ ਆਪ ਨੂੰ ਲੁੱਕ ਆਫਟਰ ਕਰਨ ਦੀ ਜਿਹੜੀ क्षमता ਹੈ ਉਹ ਘਟਣ ਲੱਗ ਜਾਂਦੀ ਹੈ। ਸੋ ਨੈਚੁਰਲੀ ਵੀ ਲੋਕ ਡਿਸੇਬਲ ਹੁੰਦੇ ਨੇ ਲਾਈਕ 70+, 75+, ਜੋ ਕਿ ਉਹਨਾਂ ਦੀ ਪਰਸੈਂਟੇਜ ਬਹੁਤ ਘੱਟ ਹੈ। ਇੰਟਰਸਟਿੰਗਲੀ ਜਿਹੜੇ ਮੋਸਟ ਡਿਸੇਬਿਲਿਟੀ ਰੈਸੀਪੀਐਂਟਸ ਨੇ ਉਹ ਮੈਂਟਲ ਹੈਲਥ ਡਿਸਆਰਡਰਸ ਵਾਲੇ ਲੋਕ ਨੇ, ਜਿਨ੍ਹਾਂ 'ਚੋਂ ਕਾਫੀ ਲੋਕ ਇਸ ਤਰ੍ਹਾਂ ਨੇ ਜਿਹੜੇ ਕਿ ਮਾਰਜਨਲਾਈਜ਼ ਨੇ, ਜਿਸ ਤਰ੍ਹਾਂ ਡਰੱਗ ਅਬਿਊਜ਼ ਵਾਲੇ ਹੋ ਗਏ, ਸਾਈਕੋਸਿਸ ਵਾਲੇ ਹੋ ਗਏ ਜਾਂ ਸਕਿਜ਼ੋਫਰੇਨੀਆ, ਹੋਰ ਸਾਰੇ ਮਤਲਬ ਉਹ ਮੇਜਰ ਜਿਹੜਾ ਪੋਰਸ਼ਨ ਹੈ ਫੰਡਿੰਗ ਦਾ ਉਹ ਲੋਕਾਂ ਕੋਲ ਜਾ ਰਿਹਾ। ਜਿਹੜੇ ਮੈਂਟਲ ਹੈਲਥ ਦੇ ਪੱਖ ਤੋਂ ਡਿਸੇਬਲ ਜਿਹਨਾਂ ਨੂੰ ਡਿਫਾਈਨ ਕੀਤਾ ਜਾਂਦਾ, ਹਾਂਜੀ, ਜ਼ਿਆਦਾ ਰੈਸੀਪੀਐਂਟ ਉਹ ਨੇ ਮੈਜੋਰਿਟੀ। ਔਰ ਇਹ ਵੀ ਮੰਨਿਆ ਜਾ ਰਿਹਾ ਹੁਣ ਕਿ ਜਿਹੜੇ ਮੈਂਟਲ ਹੈਲਥ ਦਾ ਇਸ਼ੂ ਵੱਧਦਾ ਜਾ ਰਿਹਾ ਤੇ ਨੰਬਰ ਵੱਧਦੇ ਜਾਣੇ। ਬਿਲਕੁਲ ਜੀ। ਐਂਡ ਮੇਬੀ ਇਟ ਇਜ਼ ਅਨਦਰ ਟੋਪਿਕ, ਇਹ ਅਲੱਗ ਕ੍ਰਾਈਸਿਸ ਹੈ ਆਪਣੇ
ਆਈ ਥਿੰਕ ਫੈਡਰਲ ਲੈਵਲ 'ਤੇ ਵੀ ਇਸ ਬਾਰੇ ਬਹੁਤ ਗੱਲਬਾਤ ਹੁੰਦੀ ਹੈ। ਓਪੀਆਇਡ ਕ੍ਰਾਈਸਿਸ ਬਾਰੇ ਆਪਾਂ ਬਹੁਤ ਸੁਣਿਆ ਹੈ ਬ੍ਰਿਟਿਸ਼ ਕੋਲੰਬੀਆ 'ਚ, ਵੈਨਕੂਵਰ, ਈਸਟ ਵੈਨਕੂਵਰ ਏਰੀਆ 'ਚ, ਐਂਡ ਹੁਣ ਟੋਰਾਂਟੋ ਦੇ ਵਿੱਚ ਬਹੁਤ ਇਸ ਚੀਜ਼ ਦਾ ਕ੍ਰਾਈਸਿਸ ਹੈ। ਇਹ ਚੀਜ਼ ਘੱਟ ਨਹੀਂ ਰਹੀ, ਇਹ ਚੀਜ਼ ਵੱਧ ਹੀ ਰਹੀ ਆ। ਐਂਡ ਉਹ ਕੋਗਨਿਟਿਵ ਡਿਸਆਰਡਰਸ ਜੋ ਬਾਇਓਲੋਜਿਕਲੀ ਹਨ ਵਰਸਸ ਜੋ ਐਡਿਕਸ਼ਨਸ ਦੇ ਨਾਲ ਹਨ, ਐਡਿਕਸ਼ਨਸ ਵਾਲਿਆਂ ਦਾ ਨੰਬਰ ਓਬਵੀਅਸਲੀ ਵੱਧ ਰਿਹਾ, ਅਤੇ ਦੈਟ ਮੀਨਸ ਕਿ ਇਹ ODSP ਦਾ ਜਿਹੜਾ ਬਰਡਨ ਹੈ, ਜਿਹੜਾ ਐਡਿਕਟਡ ਬੰਦਾ ਕਿਸੇ ਵੀ ਡਰੱਗ ਅਬਿਊਜ਼ ਕਰ ਰਿਹਾ, ਹਾਂਜੀ, ਤੇ ਉਹਨੂੰ ਹੁਣ ਡਿਫਾਈਨ ਕਰ ਲਿਆ ਗਿਆ ਡਾਕਟਰ ਨੇ ਕਿ ਹੁਣ ਇਹ ਐਡਿਕਟਡ ਹੈ, ਹਾਂਜੀ, ਉਹਨਾਂ ਨੂੰ ਵੀ ODSP ਮਿਲਦਾ। ਅਗਰ ਉਹ ਉਸ ਬਾਕੀ ਦੀਆਂ ਜਿਹੜੀਆਂ 3-4 ਚੀਜ਼ਾਂ ਨੇ ਉਹ ਵੀ ਮੀਟ ਕਰਦੇ ਨੇ ਕ੍ਰਾਈਟੀਰੀਆ, ਦੈਨ ਉਹ ODSP ਰਿਸੀਵ ਕਰਨ ਲਈ ਕੁਆਲੀਫਾਈ ਕਰਦੇ ਨੇ। ਯਾਨੀ ਕਿ ਉਹ ਮੈਡੀਕਲੀ ਉਹ ਸੂਟੇਬਲ ਨਹੀਂ ਹੈ ਕੰਮ ਕਰਨ ਵਾਸਤੇ, ਐਂਡ ਉਹ ਆਪਣੇ ਆਪ ਨੂੰ ਇੰਪਲੋਏ ਨਹੀਂ ਕਰ ਸਕਦੇ ਈਦਰ ਫੁੱਲੀ ਜਾਂ ਪਾਰਸ਼ਲੀ। ਸੋ ਇੱਕ ਚੀਜ਼ ਮੈਂ ਦੱਸਣਾ ਚਾਹੁੰਦੀ ਹਾਂ ਕਿ ODSP ਤੁਹਾਨੂੰ ਕੁਛ ਪਰਸੈਂਟੇਜ ਕੰਮ ਕਰਨਾ ਵੀ ਅਲਾਉ ਕਰਦੀ ਹੈ। ਥ੍ਰੈਸ਼ਹੋਲਡ ਬਹੁਤ ਘੱਟ ਸੀਗਾ, ਇਟ ਵਾਜ਼ ਅਬਾਊਟ $200 ਅ ਮੰਥ। ਥੋੜ੍ਹੇ ਆਈ ਥਿੰਕ ਅਬਾਊਟ ਅ ਈਅਰ ਐਂਡ ਹਾਫ, 1.5 ਸਾਲ ਪਹਿਲਾਂ ਇਹਨਾਂ ਨੇ ਥ੍ਰੈਸ਼ਹੋਲਡ ਵਧਾ ਕੇ $1000 ਕਰਤਾ, ਵੀ ਤੁਸੀਂ ਮਹੀਨੇ ਦਾ $1000 ਤੱਕ ਕੰਮ ਕਰ ਸਕਦੇ ਹੋ ਇਨ ਐਡੀਸ਼ਨ ਟੂ ODSP। ਅਦਰਵਾਈਜ਼ ਅਗਰ ਤੁਸੀਂ ਉਸ ਤੋਂ ਜ਼ਿਆਦਾ ਪਹਿਲਾਂ ਕਰਦੇ ਸੀਗੇ ਤਾਂ ਉਹ ਤੁਹਾਡਾ ODSP ਜਿਹੜੀ ਫੰਡਿੰਗ ਹੈ ਉਹ ਰੋਕ ਦਿੱਤੀ ਜਾਂਦੀ ਸੀ। ਇਨਫੈਕਟ ਜਿੱਥੇ ਡਿਪਾਰਟਮੈਂਟ ਨੂੰ ਕੋਈ ਇਨਫੋਰਸਮੈਂਟ ਨੂੰ ਕੋਈ ਪ੍ਰੋਬਲਮ ਲੱਗਦੀ ਸੀ, ਉਹ ਬੈਕ ਪੇਮੈਂਟ ਵੀ, ਯਾਨੀ ਕਿ ਯੂ ਆਲਸੋ ਓ ODSP, ਪਰ ਉਹ ਬਹੁਤ ਘੱਟ ਕੇਸਿਸ ਹੁੰਦੇ ਨੇ। ਸੋ ਜਸਟ ਟੂ ਸਮ ਦਿਸ ਅਪ, 1/3 of recipients of ODSP are the ones that are mentally ill people. ਬਾਕੀ ਜਿਹੜੇ ਨੇ ਉਹ ਦੂਸਰੀਆਂ ਡਿਸੇਬਿਲਿਟੀਜ਼ 'ਚ ਕੁਆਲੀਫਾਈ ਕਰਦੇ ਨੇ। ਸੋ ਜਿਸ ਤਰੀਕੇ ਨਾਲ ਆਪਣਾ ਹੈਲਥ ਕੇਅਰ ਕ੍ਰਾਈਸਿਸ ਵੱਧ ਰਿਹਾ, ਇਨਕਲੂਡਿੰਗ ਏਜਿੰਗ ਪਾਪੂਲੇਸ਼ਨ, ਇਨਕਲੂਡਿੰਗ ਆਪਣੀ ਜੋ ਓਪੀਆਇਡ ਕ੍ਰਾਈਸਿਸ ਹੈ, ਉਹਦੇ ਨਾਲ ਇਟਸ ਕੁਆਇਟ ਲੌਜੀਕਲ ਟੂ ਅਸਿਊਮ ਕਿ ਇਸ ਪ੍ਰੋਗਰਾਮ ਦੇ ਉੱਤੇ ਬਰਡਨ ਵਧੂਗਾ, ਘਟੂਗਾ ਨਹੀਂ। ਸੋ ਜਿੱਥੇ ਬਾਕੀ ਚੈਲੰਜਸ ਨੇ ਉੱਥੇ ਇਹ ਖਰਚਾ ਵੀ ਵਧਣਾ ਹੀ ਵਧਣਾ ਹੈ। ਇਹਦੇ 'ਚ ਵੀ ਕੋਈ ਕਟੌਤੀ ਹੋਣ ਦੀ ਜਾਂ ਕੋਈ ਬਚਤ ਹੋਣ ਦੀ ਸੰਭਾਵਨਾ ਨਹੀਂ ਹੈ। ਜਿਹੜਾ ਜ਼ਿਆਦਾ ਸਨਸਨੀਖੇਜ ਪਾਰਟ ਸੀ ਜਿਹੜੀ ਆਡੀਟਰ ਜਨਰਲ ਦੀ ਰਿਪੋਰਟ ਸੀ, ਹਾਂਜੀ, ਉਹਦੀ ਤੁਸੀਂ ਗੱਲ ਕਰਨ ਲੱਗੇ ਸੀ। ਸੋ ਉਹਨਾਂ ਨੇ ਬਹੁਤ ਪੂਅਰ ਰਿਪੋਰਟ ਕੱਢ ਦਿੱਤਾ ਇਨ ਸ਼ਾਰਟ ਵਰਡਸ, ਅਤੇ ਉਹ ਕਹਿੰਦੇ ਆ ਵੀ ਅਸੀਂ ਇਹ ਅਸੈਸ ਕੀਤਾ ਕਿ ਪਿਛਲੀ ਰਿਪੋਰਟ ਜੋ ਕਿ 2009 'ਚ ਇਹਨਾਂ ਨੇ ਡਰਾਫਟ ਕੀਤੀ ਸੀ ਜਾਂ ਉਹਨਾਂ ਨੇ ਰਿਵਿਊ ਕੀਤੀ ਸੀ, ਅਤੇ ਹੁਣ 2019 'ਚ ਕੀਤੀ ਆ। ਉਹਦੇ ਵਿੱਚ ਉਹ ਕਹਿੰਦੇ ਵੀ ਮਿਨਿਸਟਰੀ ਨੇ $1.1 ਬਿਲੀਅਨ ਓਵਰਪੇ ਕੀਤਾ ਹੈ ਇਸ ਪ੍ਰੋਗਰਾਮ 'ਚ, ਯਾਨੀ ਕਿ ਇਨ ਸਿੰਪਲ ਵਰਡਸ ਕਿ ਇਹ ਫੰਡਿੰਗ ਨਹੀਂ ਜਾਣੀ ਚਾਹੀਦੀ ਸੀ ਪਰ ਚਲੀ ਗਈ, $1.1 ਬਿਲੀਅਨ। ਐਂਡ ਉਹ ਕਹਿੰਦੇ ਵੀ ਜਿਹਦੇ 'ਚੋਂ $400 ਮਿਲੀਅਨ ਮਿਨਿਸਟਰੀ ਨੇ ਆਪਣੀ ਬੁੱਕਸ 'ਚੋਂ ਰਾਈਟ ਆਫ ਕਰਤਾ, ਵੀ ਉਹਦਾ ਕੋਈ ਲਾਈਕ ਉਹ ਜਵਾਬਦੇਹ ਨਹੀਂ ਹੈਗੇ। ਉਹ ਜੋ $400 ਮਿਲੀਅਨ ਉਹਨਾਂ ਨੇ ਰਾਈਟ ਆਫ ਕਰਤਾ ਆਪਣੀ ਬੁੱਕਸ 'ਚੋਂ, ਅਤੇ $1.1 ਬਿਲੀਅਨ ਰਿਪੋਰਟ ਦੱਸ ਰਹੀ ਹੈ ਆਡੀਟਰ ਜਰਨਲ ਦੀ ਕਿ ਇਹ ਓਵਰਪੇਡ ਪ੍ਰੋਗਰਾਮ ਸੀਗਾ। ਐਂਡ ਫਰਦਰ ਹੋਰ ਲਿਖਦੇ ਨੇ, ਮਤਲਬ ਇਹ ਥੋੜੀ ਜਿਹੀ ਦੁਬਾਰਾ ਦੱਸੋ, ਇਹ ਕੋਈ ਛੋਟੀ ਅਮਾਊਂਟ ਨਹੀਂ ਹੈ। ਹਾਂਜੀ, ਇਟਸ $1.1 ਬਿਲੀਅਨ। ਤੁਸੀਂ ਤੇ ਸੋਚੋ ਵੀ ਕੀ ਕੁਛ ਹੋ ਸਕਦਾ ਉਹਦੇ ਨਾਲ ਓਨਟਾਰੀਓ 'ਚ, ਅਤੇ ਇਹ ਆਪਾਂ ਸਿਰਫ ਓਨਟਾਰੀਓ ਦੀ ਗੱਲ ਕਰ ਰਹੇ ਹਾਂ, ਨਾਟ ਬਾਕੀ ਪ੍ਰੋਵਿੰਸਿਸ ਦੀ। ਸੋ ਮਲਟੀਪਲਾਈ ਕਰ ਲਓ ਤੁਸੀਂ ਹੋਰ ਪ੍ਰੋਗਰਾਮਸ ਹੋਰ ਪ੍ਰੋਵਿੰਸਿਸ 'ਚ ਵੀ ਕਿੰਨੀ ਵੇਸਟੇਜ ਹੋ ਰਹੀ ਆ। ਇਹ ਵੇਸਟੇਜ ਨਹੀਂ ਹੈਗੀ, ਇਹ ਓਵਰ ਪੇਮੈਂਟ ਹੈ। ਇਸ ਤੋਂ ਇਲਾਵਾ ਵੀ ਵੇਸਟੇਜ ਆਈ ਐਮ ਸ਼ੋਰ ਹੋਰ ਬਥੇਰੀ ਥਾਂ 'ਤੇ ਆ। ਅਤੇ ਉਹਨਾਂ ਨੇ ਫਰਦਰ ਇਹ ਰਿਪੋਰਟ 'ਚ ਲਿਖਿਆ ਕਿ ਮਿਨਿਸਟਰੀ ਨੇ ਆਪਣੀ ਫੰਡਿੰਗ ਵਧਾਤੀ। ਪਿਛਲੀ ਵਾਰ 2009 ਦੇ ਵਿੱਚ $3.4 ਬਿਲੀਅਨ ਫੰਡ ਕਰਦੇ ਸੀ, ਹੁਣ ਇਹ $5.4 ਬਿਲੀਅਨ ਫੰਡ ਕਰਦੇ, ਸੋ ਆਲਮੋਸਟ ਰਫਲੀ ਡਬਲ ਕਹਿ ਲਓ। ਅਤੇ ਆਪਣੀ ਰਿਸੀਪੀਐਂਟਸ ਦੀ ਪਰਸੈਂਟੇਜ ਵੱਧ ਗਈ, ਪਾਪੂਲੇਸ਼ਨ ਉਨੀ ਗਰੋ ਨਹੀਂ ਹੋਈ, ਪਰ ਮਿਨਿਸਟਰੀ ਨੇ ਕੋਈ ਇਹ ਵੈਰੀਫਾਈ ਨਹੀਂ ਕੀਤਾ ਕਿ ਇਹ ਐਕਸੈਸਿਵ ਨੀਡ ਹੋਈ ਕਿਉਂ ਆ। ਯਾਨੀ ਕਿ ਉਹਨਾਂ ਨੇ ਫੰਡਿੰਗ ਵਧਾਤੀ, ਉਹਨਾਂ ਨੇ ਆਪਣਾ ਬਜਟ ਐਲੋਕੇਟ ਕਰਤਾ, ਪਰ ਉਹਨਾਂ ਨੇ ਕੋਈ ਅਸੈਸਮੈਂਟ ਨਹੀਂ ਕੀਤੀ ਵੀ ਇਹ ਐਕਚੁਅਲੀ ਆਪਾਂ ਕੇਸ ਲੋਡ ਜਿਹੜਾ ਵਧਿਆ ਵਾ ਰਿਸੀਪੀਐਂਟਸ ਦਾ ਉਹ ਕਿਉਂ ਵਧਿਆ ਵਾ, ਉਹਦੇ ਬਾਰੇ ਕੋਈ ਪੈਰਵਾਈ ਨਹੀਂ ਹੋਈ। ਸਿਰਫ ਉਹ ਬਜਟ 'ਚ ਐਕਸਟਰਾ ਆਲਮੋਸਟ $2.5 ਬਿਲੀਅਨ ਉਹਨਾਂ ਨੇ ਹੋਰ ਫੰਡ ਕਰਨਾ ਸ਼ੁਰੂ ਕਰਤਾ। ਅਗੇਨ ਆਈ ਥਿੰਕ ਇਹ ਬਹੁਤ ਸੀਰੀਅਸ ਚੀਜ਼ ਹੈ ਸ਼ਮੀਲ ਜੀ, ਬਿਕਾਜ਼ ਆਪਾਂ ਹਮੇਸ਼ਾ ਨੀਡ ਬੇਸਡ ਚੀਜ਼ਾਂ ਕਰਦੇ ਹਾਂ ਜਾਂ ਕਰਨੀਆਂ ਚਾਹੀਦੀਆਂ ਨੇ। ਦੈਟਸ ਕਾਮਨ ਸੈਂਸ ਕਿ ਜਿੱਥੇ ਲੋੜ ਹੈ ਅਤੇ ਲੋੜ ਕਿਉਂ ਵਧੀ ਹੈ, ਅਗਰ ਉਸ ਦੀ ਅਸੈਸਮੈਂਟ ਨਹੀਂ ਹੋ ਰਹੀ ਤਾਂ ਆਪਾਂ ਉਸ ਚੀਜ਼ ਨੂੰ ਕਿਸ ਤਰ੍ਹਾਂ, ਉਹ ਰਿਸੋਰਸਿਸ ਨੂੰ ਆਪਾਂ ਕਿਸ ਤਰ੍ਹਾਂ ਐਲੋਕੇਟ ਕਰਾਂਗੇ, ਆਪਾਂ ਨੂੰ ਪਤਾ ਹੀ ਨਹੀਂ। ਸੋ ਇਹ ਰਿਪੋਰਟ 2019 ਦੀ ਹੈ। ਉਸ ਤੋਂ ਬਾਅਦ 'ਚ ਕੋਵਿਡ ਵੀ ਹੋਇਆ। ਸੋ ਹੁਣ
ਅਗਰ ਆਡੀਟਰ ਜਨਰਲ ਦੁਬਾਰਾ ODSP ਨੂੰ ਰਿਵਿਊ ਕਰਦੇ ਤਾਂ ਮੈਨੂੰ ਲੱਗਦਾ ਇਹ ਕੇਸ ਲੋਡ ਵਧੀਆ ਹੀ ਹੋਊਗਾ, ਬਿਕਾਜ਼ ਕੋਵਿਡ ਕਰਕੇ ਕਾਫੀ ਲੋਕ ਐਕਚੁਅਲੀ ਫਿਜ਼ੀਕਲ ਡਿਸੇਬਿਲਿਟੀ 'ਚ ਗਏ ਨੇ ਬਿਕਾਜ਼ ਆਫ ਕੋਵਿਡ, ਜਿਨ੍ਹਾਂ ਨੂੰ ਕ੍ਰੋਨਿਕ ਲੰਗ ਡਿਜ਼ੀਜ਼ ਹੋ ਗਈ ਜਾਂ ਕੋਈ ਹੋਰ ਡਿਸੇਬਿਲਿਟੀ ਹੋ ਗਈ। ਸੋ ਕਹਿਣ ਦਾ ਭਾਵ ਇਹ ਆ ਕਿ ਇੱਕ ਇੰਡੀਪੈਂਡੈਂਟ ਏਜੰਸੀ ਜੋ ਹੈ ਜਿਹਦਾ ਰੋਲ ਗਵਰਨਮੈਂਟ ਨੂੰ ਦੇ ਰਿਪੋਰਟ ਕਾਰਡਸ ਇਸ਼ੂ ਕਰਨਾ, ਉਹ ਉਹਨਾਂ ਨੂੰ ਬਹੁਤ ਪੂਅਰ ਮਾਰਕਸ ਦੇ ਰਹੇ ਨੇ। ਐਂਡ ਇਹ ਬਹੁਤ ਸੀਰੀਅਸ ਚੀਜ਼ ਆ। ਏਜੰਸੀ ਕਰ ਰਹੀ ਹੈ ਵੀ ਨਹੀਂ ਕੋਈ ਇੰਡੀਪੈਂਡੈਂਟ, ਕੋਈ ਬਾਹਰ ਦੀ ਏਜੰਸੀ ਕਰ ਰਹੀ ਹੈ ਜਾਂ ਕੋਈ ਮੀਡੀਆ ਕਰ ਰਿਹਾ, ਤੁਸੀਂ ਕੋਈ ਆਪੋਜੀਸ਼ਨ ਕਰ ਰਹੀ ਹੈ। ਗਵਰਨਮੈਂਟ ਦੀ ਆਪਣੀ ਜਿਹੜੀ ਏਜੰਸੀ ਹੈਗੀ ਹੈ ਉਹਦਾ ਇਹ ਰਿਵਿਊ ਹੈ। ਐਂਡ ਮੋਰ ਇੰਟਰਸਟਿੰਗਲੀ ਕਿਸੇ ਨੇ ਇਸ ਬਾਰੇ ਗੱਲ ਨਹੀਂ ਕੀਤੀ, ਕਿਸੇ ਨੇ ਇਸ ਬਾਰੇ ਕੋਈ ਵੀ ਜਵਾਬਦੇਹੀ ਨਹੀਂ ਹੋਈ ਇਸ ਚੀਜ਼ ਦੀ। ਕੀ ਸਟੈਪਸ ਅੱਗੇ ਲਏ ਗਏ ਨੇ? ਉਹਨਾਂ ਨੇ ਇਸ ਰਿਪੋਰਟ ਨੂੰ 2021 'ਚ ਰਿਵਾਈਜ਼ ਕੀਤਾ ਅਤੇ ਉਹ ਕਹਿੰਦੇ ਵੀ ਕੁਛ ਇੰਪਰੂਵਮੈਂਟ ਹੋਈ ਹੈ, ਬਟ ਬਹੁਤ ਲਾਈਕ ਜਸਟ ਕਹਿੰਦੇ ਨਾ ਸਕ੍ਰੈਚਿੰਗ ਦ ਸਰਫੇਸ, ਲਿਪ ਸਰਵਿਸ ਵਾਲਾ ਕੰਮ ਉਹਨਾਂ ਕੁ ਹੋਇਆ ਵਾ, ਬਟ ਬਹੁਤ ਜ਼ਿਆਦਾ। ਹੁੰਦਾ ਕਿਵੇਂ ਹੈ ਫਿਰ ਇਹ ਚੀਜ਼, ਜੇ ਆਪਾਂ ਇਹਨੂੰ ਥੋੜ੍ਹਾ ਜਿਹਾ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੀਏ, ਇਹ ਗੜਬੜ ਕਿਵੇਂ ਹੁੰਦੀ ਹੈ? ਮਤਲਬ ਜਿਹੜੇ ਇਹੋ ਜਿਹੇ ਲੋਕ ਇਹ ਬੈਨੀਫਿਟ ਲੈਂਦੇ ਨੇ ਜਿਹੜੇ ਬਿਲਕੁਲ ਹੀ ਇਹਦੇ ਲਈ ਕੁਆਲੀਫਾਈ ਨਹੀਂ ਕਰਦੇ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਇਹਦਾ ਜੋ ਫੂਡ ਚੇਨ ਹੈ ਉਹ ਇਹ ਹੈ ਕਿ ਕੇਸ ਵਰਕਰਸ ਨੇ ਜਿਨ੍ਹਾਂ ਨੂੰ ਸੋ ਕੋਈ ਐਪਲੀਕੈਂਟ ਹੈ ਜੋ ਕੋਈ ਪੋਟੈਂਸ਼ੀਅਲ ਐਪਲੀਕੈਂਟ ਹੈ, ਕਹਿੰਦਾ ਕਿ ਓਕੇ ਮੈਂ ਅਪਲਾਈ ਕਰਨਾ ਚਾਹੁੰਦੀ ਹਾਂ ਇਸ ਪ੍ਰੋਗਰਾਮ ਵਾਸਤੇ, ਉਹ ਆਪਣੀ ਫਾਰਮ ਐਪਲੀਕੇਸ਼ਨ ਭਰਦੇ ਨੇ ਜੋ ਕਿ ਔਨਲਾਈਨ ਵੀ ਅਵੇਲੇਬਲ ਹੈ। ਅਤੇ 47 ਸੈਂਟਰਸ ਨੇ ਪੂਰੇ ਮਿਨਿਸਟਰੀ ਦੇ ਥਰੂ ਆਊਟ ਓਨਟਾਰੀਓ ਜਿੱਥੇ ਤੁਸੀਂ ਫਿਜ਼ੀਕਲੀ ਜਾ ਕੇ ਵੀ ਭਰ ਸਕਦੇ ਹੋ, ਅਤੇ ਤੁਸੀਂ ਸੋਸ਼ਲ ਵਰਕਰਸ ਦੀ ਸਪੋਰਟ ਦੇ ਨਾਲ ਵੀ ਉਹ ਐਪਲੀਕੇਸ਼ਨ ਭਰ ਕੇ ਆਪਣਾ ਪੇਪਰ ਵਰਕ ਸ਼ੁਰੂ ਕਰ ਸਕਦੇ ਹੋ। ਉਸ ਤੋਂ ਬਾਅਦ ਉਹ ਕੇਸ ਅਸਾਈਨ ਹੁੰਦਾ ਕੇਸ ਵਰਕਰ ਨੂੰ। ਰਿਪੋਰਟ ਇਹ ਕਹਿੰਦੀ ਹੈ ਕਿ ਕੇਸ ਵਰਕਰਸ ਨੇ ਮੋਰ ਦੈਨ 50% ਆਫ ਫਾਈਲਸ ਜਿਹੜੇ ਕੇਸਿਸ ਨੇ ਉਹਨਾਂ ਨੂੰ ਬਿਨਾਂ ਪ੍ਰੋਪਰ ਰਿਵਿਊ ਤੋਂ ਅਪਰੂਵ ਕਰਤਾ। ਐਂਡ ਉਹ ਜਿਹੜੇ ਅਪਰੂਵਲ ਨੇ 80% ਇਹੋ ਜਿਹੇ ਅਪਰੂਵਲਸ ਨੇ ਜਿਨ੍ਹਾਂ ਨੂੰ ਲਾਈਫ ਟਾਈਮ ਲਈ ਉਹਨਾਂ ਨੇ ਅਪਰੂਵ ਕੀਤਾ ਵਾ। ਯਾਨੀ ਕਿ ਇਹ ਨਹੀਂ ਹੈ ਕਿ ਪੀਰੀਓਡਿਕ ਅਸੈਸਮੈਂਟ ਹੋਣ ਦੀ ਜ਼ਰੂਰਤ ਹੈ ਜਾਂ 2 ਸਾਲ ਬਾਅਦ ਆਪਾਂ ਰੀਅਸੈਸ ਕਰਾਂਗੇ, ਰੀਐਵੈਲੂਏਟ ਕਰਾਂਗੇ ਵੀ ਇਹ ਵਾਕਈ ਹਜੇ ਵੀ ਕੁਆਲੀਫਾਈ ਕਰਦੇ ਨੇ ਜਾਂ ਫਿਰ ਇਹਨਾਂ ਦੀ ਕੋਈ ਇੰਪਰੂਵਮੈਂਟ ਹੈ। ਕਿਉਂਕਿ ਇਹ ਪ੍ਰੋਗਰਾਮ ਸਿਰਫ ਇਨਕਮ ਸਪਲੀਮੈਂਟ ਪ੍ਰੋਗਰਾਮ ਵਾਂਗੂ ਨਹੀਂ ਹੈ, ਇਹਦੇ ਵਿੱਚ ਹੈਲਥ ਬੈਨੀਫਿਟਸ ਵੀ ਨੇ। ਜਿਸ ਤਰ੍ਹਾਂ ਕਮਿਊਨਿਟੀ 'ਚ ਜਾ ਕੇ ਉਹ ਜਿਹੜੀ ਇਸ ਪ੍ਰੋਗਰਾਮ ਦੇ ਫੰਡਡ ਫਿਜ਼ੀਓਥੈਰੇਪੀਜ਼ ਨੇ ਉਹ ਲੈ ਸਕਦੇ ਨੇ ਜਾਂ ਹੋਰ ਇਹੋ ਜਿਹੇ ਬੈਨੀਫਿਟਸ। ਟ੍ਰਿਲੀਅਮ ਪ੍ਰੋਗਰਾਮ ਜੋ ਹੈ, ਜੋ ਟ੍ਰਿਲੀਅਮ ਹੈਲਥ ਹੈ, ਇਸ ਪ੍ਰੋਗਰਾਮ ਦਾ ਪਾਰਟ ਨਹੀਂ ਹੈ ਬਟ ਇੱਕ ਸੈਪਰੇਟ ਪ੍ਰੋਗਰਾਮ ਹੈ, ਉਹਦੇ ਵਿੱਚ ਇਹ ਸਾਰੇ ਕੁਆਲੀਫਾਈ ਕਰਦੇ ਨੇ ਐਪਲੀਕੈਂਟਸ। ਸੋ ਉਹਨਾਂ ਨੂੰ ਉਹ ਸਰਵਿਸਿਜ਼, ਹੈਲਥ ਕੇਅਰ ਸਰਵਿਸਿਜ਼ ਅਵੇਲੇਬਲ ਨੇ, ਡੈਂਟਲ, ਮੈਡੀਕਲ, ਮੈਂਟਲ ਹੈਲਥ ਰਿਲੇਟਡ, ਇਹ ਸਾਰੀਆਂ ਸਰਵਿਸਿਜ਼ ਅਵੇਲੇਬਲ ਨੇ। ਯਾਨੀ ਕਿ ਉਹਨਾਂ ਨੂੰ ਰੀਹੈਬਲੀਟੇਸ਼ਨ ਜਾਂ ਉਹਨਾਂ ਨੂੰ ਸੁਸਾਇਟੀ 'ਚ ਵਾਪਸ, ਤਾਂ ਕਿ ਉਹ ਆਪਣੇ ਲਾਇਕ ਹੋ ਸਕਣ ਅਤੇ ਸੁਸਾਇਟੀ ਨੂੰ ਕੰਟਰੀਬਿਊਟ ਕਰ ਸਕਣ, ਇਕਨੋਮਿਕਲੀ ਵਾਇਬਲ ਹੋ ਸਕਣ, ਆਪਣੇ ਪੈਰਾਂ 'ਤੇ ਆਪ ਹੋ ਸਕਣ, ਉਹ ਸਾਰੇ ਦੀਆਂ ਸਪੋਰਟ ਸਿਸਟਮਸ ਅਵੇਲੇਬਲ ਹੈ। ਬਟ ਆਪਣੀ ਜੋ ਇਹ ਪ੍ਰੋਗਰਾਮ ਹੈ ODSP ਪ੍ਰੋਗਰਾਮ, ਉਹਦੇ ਕੋਲ ਆਪਦੇ ਕੋਲ ਹੀ ਉਹ ਚੈੱਕ ਬੈਕ ਮੈਕੈਨਿਜ਼ਮ ਹੈ ਨਹੀਂ ਵੀ ਉਹ ਵਾਕਈ ਲੋਕ ਰੀਹੈਬਲੀਟੇਟ ਹੋ ਗਏ ਨੇ ਜਾਂ ਨਹੀਂ। ਸੋ ਦੈਟਸ ਅ ਹਿਊਜ ਗੈਪ ਇਸ ਪ੍ਰੋਗਰਾਮ ਦੇ ਵਿੱਚ ਕਿ ਅਗਰ ਆਪਾਂ ਕਿਸੇ ਨੂੰ ਅਪਰੂਵ ਕਰਤਾ ਫॉर ਲਾਈਫ, ਤਾਂ ਅਨਲੈਸ ਕੋਈ ਕੇਸ ਵਰਕਰ ਬਹੁਤ ਜਿਹੜਾ ਕੋਈ ਡਿਲੀਜੈਂਟ ਜਾਂ ਰਿਲੀਜੀਅਸਲੀ ਆਪਣੇ ਕੰਮ ਨੂੰ ਲੈਂਦਾ ਹੋਵੇ, ਉਹ ਫਾਈਲ ਉਹ ਕਦੇ ਦੁਬਾਰਾ ਆਊਗੀ ਨਹੀਂ ਉਹਨਾਂ ਦੇ ਸਾਹਮਣੇ। ਐਂਡ ਉਹ ਕਦੇ ਦੁਬਾਰਾ ਅਸੈਸ ਹੀ ਨਹੀਂ ਕਰਨਗੇ ਵੀ ਇਸ ਐਲੀਜੀਬਲ, ਜਿਨ੍ਹਾਂ ਨੂੰ ਆਪਾਂ 100 ਫॉर ਲਾਈਫ ਆਪਾਂ ਐਲੀਜੀਬਲ ਕਰਤਾ ODSP ਲਈ, ਉਹ ਵਾਕਈ ਹਜੇ ਵੀ ਇਸ ਚੀਜ਼ ਨੂੰ ਮੀਟ ਕਰ ਰਹੇ ਨੇ ਕਿ ਨਹੀਂ। ਸੋ ਇਸ ਚੀਜ਼ ਨੂੰ ਕੌਣ ਐਡਰੈਸ ਕਰ ਰਿਹਾ? ਰਿਪੋਰਟ ਕਹਿ ਰਹੀ ਹੈ ਕੋਈ ਐਡਰੈਸ ਨਹੀਂ ਕਰ ਰਿਹਾ। ਐਂਡ ਜਿਹੜੀ ਫਾਈਨੈਂਸ਼ੀਅਲ ਐਲੀਜੀਬਿਲਿਟੀ ਹੈ, ਉਹ ਵੀ ਕਹਿੰਦੇ ਕਿ ਕਰਸਰੀ ਰਿਵਿਊ, ਉਹਨਾਂ ਦੇ ਇਹ ਵਰਡਸ ਨੇ ਰਿਪੋਰਟ ਦੇ ਵਿੱਚ ਆਡੀਟਰ ਜਨਰਲ ਦੇ, ਉਹਨਾਂ ਨੇ ਕਰਸਰੀ ਰਿਵਿਊ ਯੂਜ਼ ਕੀਤਾ ਵਰਡ, ਵੀ ਉਹਨਾਂ ਨੇ ਸਿਰਫ ਉੱਪਰੋਂ ਦੇਖ ਕੇ ਵੀ ਕੋਈ ਫਾਈਨੈਂਸ਼ੀਅਲ ਕ੍ਰਾਈਟੀਰੀਆ ਮੀਟ ਕਰਦਾ ਕਿ ਨਹੀਂ, ਉਹ ਥ੍ਰੈਸ਼ਹੋਲਡ ਮੀਟ ਕਰਦਾ ਕਿ ਨਹੀਂ, ਉਹਨਾਂ ਕੇਸ ਵਰਕਰਸ ਨੇ ਉਹਨਾਂ ਲੋਕਾਂ ਨੂੰ, ਉਹ ਰੈਸੀਪੀਐਂਟਸ ਨੂੰ ਅਪਰੂਵ ਕੀਤਾ। ਯਾਨੀ ਕਿ ਬਹੁਤ ਪਰਸੈਂਟੇਜ, ਤੁਸੀਂ ਲੌਜਿਕਲੀ ਇਹ ਸੋਚ ਸਕਦੇ ਹੋ ਕਿ ਬਹੁਤ ਪਰਸੈਂਟੇਜ ਆਫ ਦ ਰੈਸੀਪੀਐਂਟਸ ਆਰ ਦੋਜ਼ ਦੈਟ ਐਕਚੁਅਲੀ ਡੂ ਨਾਟ ਕੁਆਲੀਫਾਈ ਔਰ ਸ਼ੁੱਡ ਨਾਟ ਬੀ ਰਿਸੀਵਿੰਗ ਦਿਸ ਫੰਡਿੰਗ। ਮਤਲਬ ਹੈਰਾਨੀ ਦੀ ਇਸ ਮੈਨੂੰ ਸੁਣ ਕੇ ਹੋ ਰਹੀ ਹੈ। ਇੱਕ ਐਨੂਅਲ ਪ੍ਰੋਗਰਾਮ, ਇੱਕ ਪ੍ਰੋਗਰਾਮ ਹੈ, ਬਾਕੀ ਪ੍ਰੋਗਰਾਮ ਦਾ ਕੀ ਹਾਲ ਹੋਏਗਾ ਫਿਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਜਿਹਦਾ ਸਾਲ ਦਾ $5 ਬਿਲੀਅਨ ਤੋਂ ਵੱਧ ਦਾ ਬਜਟ ਹੈ, ਉਹਦੇ 'ਚ ਸਰਕਾਰ ਦਾ ਆਪਣਾ ਆਡੀਟਰ ਜਨਰਲ ਕਹਿ ਰਿਹਾ ਕਿ 1 ਬਿਲੀਅਨ ਤੋਂ ਵੱਧ ਓਵਰਪੇ ਕੀਤਾ ਗਿਆ। ਹਾਂਜੀ। ਔਰ ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਹੈ, ਇਹਦੇ ਬਾਰੇ ਤੇ ਹੰਗਾਮਾ ਹੋ ਜਾਣਾ ਚਾਹੀਦਾ ਸੀ।
ਮੈਂ ਤਾਂ ਕਿਸੇ ਨਿਊਜ਼ ਮੀਡੀਆ ਆਊਟਲੈਟ 'ਚ ਨਹੀਂ ਸੁਣਿਆ ਇਹ ਰਿਪੋਰਟ ਬਾਰੇ, ਨਾ ਹੀ ਕਿਸੇ ਪੋਲੀਟੀਸ਼ੀਅਨ ਨੂੰ, ਨਾ ਕਿਸੇ ਇਸ ਤਰ੍ਹਾਂ ਦੇ ਸਟੇਕ ਹੋਲਡਰ ਨੂੰ ਇਸ ਚੀਜ਼ ਨੂੰ ਕਿਸ ਡਿਸਕਸ ਤਰ੍ਹਾਂ ਦਾ ਕਰਦੇ ਅਸੀਂ ਸੁਣਿਆ। ਸਿਸਟਮ ਰਨ ਕਰ ਰਹੇ ਹਾਂ, ਇਹ ਇਸ ਤੋਂ ਵੱਡੀ ਐਗਜ਼ਾਮਪਲ ਹੋਰ ਕੀ ਹੋ ਸਕਦੀ ਹੈ? ਮੀਨਾਕਸ਼ੀ ਜੀ, ਇੱਕ ਕਮੈਂਟ ਹੈ ਕਾਰਤਿਕ ਦਾ, ਕਹਿੰਦੇ ਵੀ ਭਰੀ ਜਾਓ ਟੈਕਸ, ਅੱਗੇ ਲੁੱਟਿਆ ਜਾ ਰਿਹਾ। ਹੁਣ ਆਮ ਜਿਹੜਾ ਸਿਟੀਜ਼ਨ ਹੈ ਉਹਨੂੰ ਤਾਂ ਮੈਸੇਜ ਇਹੀ ਜਾ ਰਿਹਾ ਨਾ। ਆਈ ਐਗਰੀ, ਐਂਡ ਮੈਂ ਵੀ ਸਿਟੀਜ਼ਨਸ 'ਚੋਂ ਹੀ ਆਉਂਦੀ ਹਾਂ, ਆਈ ਫੀਲ ਦ ਸੇਮ ਵੇ। ਅਤੇ ਮੈਂ ਸੈਂਟੀਮੈਂਟ ਸਮਝ ਸਕਦੀ ਹਾਂ, ਬਿਕਾਜ਼ ਇਹ ਅਬਿਊਜ਼ ਹੋ ਰਿਹਾ ਬਹੁਤ ਸਿਸਟਮ ਦਾ, ਐਂਡ ਮਿਨਿਸਟਰੀਜ਼ ਅਗਰ ਓਵਰਲੋਡਡ ਨੇ, ਦੇ ਨੀਡ ਟੂ ਸਬਲੈਟ ਜਾਂ ਸਬ ਪ੍ਰਾਈਵੇਟਾਈਜ਼ ਕੁਛ, ਜਿਵੇਂ ਆਪਣੇ ਇਫ ਯੂ ਰਿਮੈਂਬਰ ਵੀ ਆਪਣੇ ਟਰਾਂਸਪੋਰਟਸ ਮਿਨਿਸਟਰੀ ਨੇ ਬਹੁਤ ਸਾਲ ਪਹਿਲਾਂ ਸਰਵਿਸ ਓਨਟਾਰੀਓ ਦਾ ਕੁਛ ਸੈਕਟਰ ਜਿਹੜਾ ਕਿ ਆਪਣੇ ਵੜੀ ਕਾਲ ਡਰਾਈਵਰਸ ਲਾਇਸੈਂਸ ਰੀਨਿਊਅਲ ਦਾ ਉਹਨਾਂ ਨੇ ਪ੍ਰਾਈਵੇਟਾਈਜ਼ ਕਰਤਾ ਸੀ, ਏਜੰਸੀਜ਼ ਨੂੰ ਦੇਤਾ ਸੀਗਾ ਵੀ ਉਹ ਤੁਸੀਂ ਜਿਹੜਾ ਫਲੋ ਹੈ ਸਾਡਾ ਕੋਲ ਜਿਹੜਾ ਬੈਕਲੌਗ ਹੈ ਉਹਨੂੰ ਕਰੀ ਜਾਓ। ਸਿਮਿਲਰਲੀ ਇੱਦਾਂ ਵੀ ਹੋਣਾ ਚਾਹੀਦਾ, ਜਿਹੜਾ ਤੁਸੀਂ 1.1 ਬਿਲੀਅਨ ਵੈਸੇ ਡਰੇਨ ਆਊਟ ਕੀਤਾ, ਉਹੀ ਤੁਸੀਂ ਇੱਕ ਓਪਰਚੁਨਿਟੀ ਵੀ ਕ੍ਰੀਏਟ ਕਰ ਸਕਦੇ ਹੋ। ਕਿੰਨੇ ਲੋਕਾਂ ਨੂੰ ਇੰਪਲੋਇਮੈਂਟ ਮਿਲਦੀ ਹੈ ਅਗਰ ਇਸ ਨੂੰ ਸਹੀ ਤਰੀਕੇ ਨਾਲ, ਪੋਜ਼ੀਟਿਵ ਤਰੀਕੇ ਨਾਲ ਸੋਚਿਆ ਜਾਵੇ। ਤੁਸੀਂ ਇਸ ਜਿਹੜੀ ਇਹ ਫਾਈਲ ਅਸੈਸਮੈਂਟ ਵਾਲਾ ਕੰਮ ਹੈ ਉਹ ਤੁਸੀਂ ਪ੍ਰਾਈਵੇਟਾਈਜ਼ ਕਰ ਦਿਓ, ਕਿਉਂ ਨਹੀਂ ਹੋ ਸਕਦਾ? ਕਿੰਨੀ ਸਿੰਪਲ ਚੀਜ਼ ਹੈ। ਤੁਸੀਂ ਟੈਂਡਰ ਹੋਰ ਚੀਜ਼ਾਂ ਨੂੰ ਪਬਲਿਕ ਪ੍ਰੋਕਿਊਰਮੈਂਟ ਵਾਸਤੇ ਲੈਂਦੇ ਹੋ, ਇਸ ਚੀਜ਼ ਦਾ ਵੀ ਤੁਸੀਂ ਟੈਂਡਰ ਕਿਉਂ ਨਹੀਂ ਕਰ ਸਕਦੇ? ਲੈਟ ਸਮ ਕੁਆਲੀਫਾਈਡ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਔਰ ਲੋਕਲ ਫਾਈਨੈਂਸ਼ੀਅਲ ਕੰਪਨੀਜ਼ ਸੱਚ ਐਜ਼ ਜਿਹੜੇ ਆਪਣੇ CAs ਨੇ, CGAs ਨੇ, ਕਿੰਨੇ ਆਪਣੇ ਹੈਗੇ ਨੇ, ਉਹਨਾਂ ਨੂੰ ਇਹ ਕੰਮ ਦਿਓ ਵੀ ਇਹ ਵੈਰੀਫਾਈ ਕਰਨ। ਐਂਡ ਵੈਰੀਫਿਕੇਸ਼ਨ ਕੋਈ ਕੰਪਲੀਕੇਟਿਡ ਪ੍ਰੋਸੈਸ ਨਹੀਂ ਹੈ। ਉਹ ਕਹਿੰਦੇ ਆ ਵੀ CRA ਅਤੇ ਐਕੁਫੈਕਸ ਦੋ ਆਪਣੇ ਕੋਲ ਸੋਲਿਡ ਇਨਫੋਰਮੇਸ਼ਨ ਸੋਰਸਿਸ ਹੈ ਇਨਕਮ ਵੈਰੀਫਾਈ ਕਰਨ ਵਾਸਤੇ, ਫਾਈਨੈਂਸ਼ੀਅਲ ਸਟੇਟਸ ਵੈਰੀਫਾਈ ਕਰਨ ਵਾਸਤੇ। ਜੋ ਰਿਪੋਰਟ ਕਹਿ ਰਹੀ ਹੈ ਉਹ ਕਹਿੰਦੀ ਹੈ ਵੀ ਆਲਮੋਸਟ 40% ਆਫ ਦ files were never reviewed for either one of those, यानी कि रिक्वायरमेंट है कि ਦੋਨਾਂ ਦੀ ਕਰਨੀ ਹੈ। CRA ਦੀ ਵੀ ਵੈਰੀਫਿਕੇਸ਼ਨ, CRA ਦੀ ਜੋ ਫਾਈਨੈਂਸ਼ੀਅਲ ਰਿਪੋਰਟ ਹੈ, ਜੋ ਉਹਨਾਂ ਦੀ ਇਨਕਮ ਰਿਪੋਰਟ ਹੈ ਕਿਸੇ ਕੈਂਡੀਡੇਟ ਦੀ, ਐਪਲੀਕੈਂਟ ਦੀ, ਉਹ ਵੈਰੀਫਾਈ ਕਰਨੀ ਹੈ, ਅਤੇ ਐਕੁਇਫੈਕਸ ਦੀ ਕਰਨੀ ਹੈ। ਰਿਕੁਆਇਰਮੈਂਟ ਦੋਨਾਂ ਦੀ ਹੈ, ਪਰ ਉਹ ਕਹਿੰਦੇ ਵੀ 40% ਆਫ ਕੇਸਿਸ 'ਚ ਨਾ ਉਹਦੀ ਹੋਈ ਹੈ ਨਾ ਉਹਦੀ ਹੋਈ ਹੈ, ਯਾਨੀ ਕਿ ਬਿਨਾਂ ਵੈਰੀਫਾਈ ਕਰਨ ਦੇ ਹੀ ਉਹ ਕੇਸਿਸ ਪਾਸ ਕੀਤੇ ਜਾ ਰਹੇ ਨੇ। ਮੀਨਿੰਗ ਕਿ ਜੋ ਕਿਸੇ ਐਪਲੀਕੈਂਟ ਨੇ ਫਾਈਲ 'ਚ ਭਰਤਾ ਜਾਂ ਐਪਲੀਕੇਸ਼ਨ 'ਚ ਭਰਤਾ, ਉਸ ਚੀਜ਼ ਨੂੰ ਆਪਾਂ ਸੱਚ ਮੰਨ ਕੇ ਬਿਨਾਂ ਵੈਰੀਫਾਈ ਕਰਕੇ ਉਹਨਾਂ ਨੂੰ ਕੁਆਲੀਫਾਈ ਕਰ ਰਹੇ ਹਾਂ। ਉਹਦੀ ਕੋਈ ਬੈਕਗਰਾਊਂਡ ਚੈੱਕ ਨਹੀਂ ਹੋ ਰਹੀ ਵੀ ਵਾਕਈ ਇਹ ਫਾਈਨੈਂਸ਼ੀਅਲ ਨੀਡਸ ਹਨ, ਬਾਕੀ ਇਹਨਾਂ ਨੂੰ ਜਿਹੜੀ ਚਲੋ ਡਿਸੇਬਿਲਿਟੀ ਵਾਲਾ ਪੀਸ ਹੈ ਉਹ ਤਾਂ ਕੇਸ ਵਰਕਰਸ ਨੇ ਨਹੀਂ ਕਰਨਾ, ਉਹ ਤਾਂ ਫਿਜ਼ੀਸ਼ੀਅਨਸ ਨੇ ਜਾਂ ਹੋਰ ਜਿਹੜੇ ਹੈਲਥ ਵਰਕਰਸ ਨੇ ਉਹਨਾਂ ਨੇ ਕਰਨਾ ਵਾ। ਬਟ ਜਿਹੜਾ ਇਨਕਮ ਦਾ ਕਟ ਆਫ ਹੈ ਉਹ ਵੀ ਡੋਂਟ ਨੋ ਕਿ ਜਿਹੜੀ ਇਹ ਜੰਪ ਹੋਈ ਆ ਮਿਨਿਸਟਰੀ, ਜਿਹੜੇ ਆਡੀਟਰ ਜਨਰਲ ਉਹ ਕਹਿ ਰਹੇ ਨੇ ਕਿ ਸਾਡੀ ਇਹ ਸਟਰੋਂਗ ਬਿਲੀਫ ਹੈ ਕਿ ਜਿਹੜਾ 50% ਜੰਪ ਹੋਇਆ ਰੈਸੀਪੀਐਂਟਸ 'ਚ, ਉਹ ਇਸੇ ਕਰਕੇ ਹੋਇਆ ਕਿਉਂਕਿ ਕਿਸੇ ਨੇ ਇਨਕਮ ਵੈਰੀਫਾਈ ਕੀਤੀ ਨਹੀਂ, ਯਾਨੀ ਕਿ ਕਾਫੀ ਐਪਲੀਕੈਂਟਸ ਇਨ ਦੇਅਰ ਵਿਊ ਫਰਜੀ ਨੇ। ਜਿਵੇਂ ਮੈਸੇਜ ਹੈ ਕਿਸੇ ਦੋਸਤ ਦਾ ਕਿ ਅੰਨੀ ਪੀਹੇ ਤੇ ਕੁੱਤਾ ਚੱਟੇ, ਉਹ ਵਾਲਾ ਕੰਮ, ਉਸ ਤਰੀਕੇ ਵਾਲਾ ਹਾਲ ਹੋਇਆ ਹਾਂਜੀ, ਕਿ ਜੋ ਮਰਜ਼ੀ ਕਰੀ ਜਾਓ, ਕਿਸੇ ਨੂੰ ਆਪਾਂ ਆਨਸਰੇਬਲ ਤਾਂ ਹੈ ਨਹੀਂ ਕਿ ਕਿਸੇ ਨੇ ਕੁਐਸਚਨ ਨਹੀਂ ਕਰਨਾ, ਅਤੇ ਠੀਕ ਆ ਫੰਡਿੰਗ ਵਧਾਈ ਜਾਓ। ਜਸਟ ਸੋ ਯੂ ਨੋ, ਪਿਛਲੇ ਸਾਲ ਸੈਪਟੈਂਬਰ 2022 ਦੇ ਵਿੱਚ, ਕਿਉਂਕਿ ਓਨਟਾਰੀਓ ਗਵਰਨਮੈਂਟ ਕਹਿੰਦੀ ਵੀ ਇਨਫਲੇਸ਼ਨ ਵੱਧ ਰਹੀ ਆ, ਸੋ ODSP ਦੇ ਰੇਟਸ ਵੀ ਵਧਣੇ ਚਾਹੀਦੇ। ਚੰਗੀ ਗੱਲ ਆ, ਜਿਹੜੇ ਵਾਕਈ ਹੀ ਜ਼ਰੂਰਤਮੰਦ ਲੋਕ ਨੇ, $1200 ਜਾਂ $1500 ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈ। ਜਿਹੜੇ ਵਾਕਈ ਹੀ ਜ਼ਰੂਰਤਮੰਦ ਲੋਕ ਨੇ ਉਹਨਾਂ ਲਈ ਇਟਸ ਨਥਿੰਗ। ਪਲੱਸ ਉਹਨਾਂ ਨੂੰ ਆਫਕੋਰਸ ਹਾਊਸਿੰਗ ਦਾ ਮਿਲਦਾ ਹੈ, ਫੂਡ ਐਂਡ ਲੌਜਿੰਗ ਦਾ ਮਿਲਦਾ ਹੈ, ਲਾਈਕ ਟੋਟਲ ਉਹਨੂੰ ਐਗਰੀਗੇਟ ਕਰਕੇ ਅਰਾਊਂਡ $2000 $2000 ਓਨਟਾਰੀਓ ਦੇ ਵਿੱਚ, ਟੋਰਾਂਟੋ ਦੇ ਵਿੱਚ ਕੁਛ ਵੀ ਨਹੀਂ ਹੈ। ਸੋ ਪਰ ਉਹ ਵਾਕਈ ਹੀ ਜ਼ਰੂਰਤਮੰਦ ਲੋਕ ਨੇ। ਪਰ ਜਿਹੜੇ ਨਾਨ ਜ਼ਰੂਰਤਮੰਦ ਲੋਕ ਨੇ ਜੋ ਕਿ ਫਰਜ਼ੀ ਪੇਪਰ ਵਰਕ ਦਿਖਾ ਕੇ ਜਾਂ ਸਿਰਫ ਐਪਲੀਕੇਸ਼ਨ ਦੇ ਬੇਸ 'ਤੇ ਅਪਰੂਵ ਹੋ ਰਹੇ ਨੇ, ਉਹ ਨਜਾਇਜ਼ ਲੈ ਰਹੇ ਨੇ। ਜਿਹੜੇ ਜਾਇਜ਼ ਲੋਕ ਨੇ ਜਾਂ ਜਿਹੜੇ ਜਾਇਜ਼ ਡਿਸੇਬਲਡ ਲੋਕ ਨੇ ਜਿਨ੍ਹਾਂ ਨੂੰ ਐਕਚੁਅਲੀ ਫੰਡਿੰਗ ਜਾਣੀ ਚਾਹੀਦੀ, ਉਹਨਾਂ ਨੂੰ ਤਾਂ ਜਾ ਹੀ ਨਹੀਂ ਰਹੀ। ਪਰ ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਜੀ, ਇਹ ਤੇ ਇੱਕ ਪ੍ਰੋਗਰਾਮ ਹੈ। ਹਾਂਜੀ, ਇਹੋ ਜਿਹੇ ਕਿੰਨੇ ਹੋਰ ਪ੍ਰੋਗਰਾਮ ਵੀ ਕਿਹੜਾ ਡਿਸੇਬਿਲਿਟੀ ਬੈਨੀਫਿਟ, ਜਿਹੜਾ ਕਿ ਕੋਈ ਇਹੋ ਨਹੀਂ ਹੈ ਵੀ ਕੋਈ ਬਹੁਤ ਵੱਡੀ ਚੀਜ਼ ਆਪਾਂ ਸੁਣਦੇ ਹਾਂ ਜਾਂ ਕੋਈ ਬਹੁਤ ਕੰਟਰੋਵਰਸ਼ੀਅਲ। ਮਤਲਬ ਜੇ ਡਿਸੇਬਿਲਿਟੀ ਬੈਨੀਫਿਟ ਪ੍ਰੋਗਰਾਮ 'ਚ ਸਾਲ ਦਾ $1 ਬਿਲੀਅਨ ਉਜਾੜਿਆ ਜਾਂਦਾ, ਹੇਰਾਫੇਰੀ ਹੁੰਦੀ ਹੈ, ਤੇ ਫਿਰ ਜਿਹੜੇ ਹੋਰ ਵੱਡੇ ਪ੍ਰੋਗਰਾਮ ਨੇ ਉਹਨਾਂ 'ਚ ਕੀ ਹੁੰਦਾ ਹੋਏਗਾ, ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਬਿਲਕੁਲ। ਸੋ
ਪਿਛਲੇ ਸਾਲ ਓਨਟਾਰੀਓ ਗਵਰਨਮੈਂਟ ਨੇ ਇਹਨਾਂ ਦੀ ਫੰਡਿੰਗ ਇਹਨਾਂ ਨੂੰ ਇਸੇ ਕਰਕੇ ਇਹਦਾ ਇਜ਼ਾਫਾ ਹੋਇਆ, ਤਾਂ ਹੀ ਵਧਾਈ ਗਈ ਹੈ ਫੰਡਿੰਗ, ਕਿਉਂਕਿ ਜਾਂ ਟੋਟਲ ਬਜਟ ਸਪੈਂਡਿੰਗ ਵਧਾਈ ਗਈ ਹੈ, ਕਿਉਂਕਿ ਪਿਛਲੇ ਸਾਲ ਇਹਨਾਂ ਨੇ 6.5% ਤੇ ਇਸ ਸਾਲ ਜੁਲਾਈ 'ਚ, ਯਾਨੀ ਕਿ ਇਸ ਜੁਲਾਈ 'ਚ ਰਾਈਟ ਨਾਓ 5% ਉਹਨਾਂ ਨੇ ਇਨਕਰੀਜ਼ ਕੀਤੇ, ਯਾਨੀ ਕਿ ਟੋਟਲ 12.5% ਬੇਸਡ ਔਨ ਇਨਫਲੇਸ਼ਨ ODSP ਦੇ ਜੋ ਰੈਸੀਪੀਐਂਟਸ ਹੈ ਉਹਨਾਂ ਨੂੰ ਉਹਨਾਂ ਦਾ ਜੋ ਬੈਨੀਫਿਟ ਹੈ ਉਹ ਵਧਾਇਆ ਗਿਆ। ਆਪਣੀਆਂ ਜਿਹੜੇ ਟੈਕਸ ਪੇਅਰਸ ਨੇ ਆਪਣੀਆਂ ਇਨਕਮ ਤਾਂ ਇੰਨੀਆਂ ਵਧੀਆ ਨਹੀਂ ਗੁਰਿੰਦਰ ਔਜਲਾ ਦਾ ਮੈਸੇਜ ਹੈ ਕਿ ਕੋਈ ਪਾਰਟੀ ਇਹਦੇ ਬਾਰੇ ਬੋਲਣ ਨੂੰ ਤਿਆਰ ਨਹੀਂ। ਹਾਂਜੀ, ਕਿਉਂਕਿ ਕੋਈ ਪਾਰਟੀ ਆਪਣਾ ਜਿਹੜਾ ਵੋਟਰ ਬੇਸ ਹੈ ਉਹਨੂੰ ਅਪਸੈਟ ਕਰਨ ਵਾਸਤੇ ਤਿਆਰ ਨਹੀਂ। ਪਰ ਵੋਟਰ ਬੇਸ ਇਜ਼ ਓਨਲੀ 500,000 ਪੀਪਲ, ਵੋਟਰ ਬੇਸ ਇਜ਼ the rest of the people too। ਇੱਕ ਫਿਰ ਉਹ ਨੈਰੇਟਿਵ ਕ੍ਰੀਏਟ ਕਰਤਾ ਜਾਂਦਾ ਨਾ, ਹਾਂਜੀ, ਕਿ ਜੀ ਇਹੀ ਤੇ ਲੋਕਾਂ ਦੇ ਖਿਲਾਫ ਨੇ ਤੇ ਗਰੀਬਾਂ ਦੇ ਖਿਲਾਫ ਨੇ ਤੇ ਪਤਾ ਨਹੀਂ ਇਹ ਤੇ ਮਤਲਬ ਮੇਰੇ ਖਿਆਲ 'ਚ ਕੰਮ ਕਰਕੇ ਨਹੀਂ ਕੋਈ ਰਾਜੀ ਹੈ। ਹੁਣ ਦੇਖਿਆ ਜਾਵੇ ਇਸ ਚੀਜ਼ ਨੂੰ ਬਹੁਤ ਸਿੰਪਲ ਤਰੀਕੇ ਨਾਲ ਅਗਰ ਵਾਕਈ ਪ੍ਰੋਬਲਮ ਸੋਲਵ ਕਰਨੀ ਹੋਵੇ ਤੇ ਵੇਸਟੇਜ ਰੋਕਣੀ ਹੋਵੇ ਤਾਂ ਬਹੁਤ ਕ੍ਰੀਏਟਿਵ ਤਰੀਕੇ ਨਾਲ ਇਹਨੂੰ ਸੋਲਵ ਕੀਤਾ ਜਾ ਸਕਦਾ, ਪਰ ਉੱਧਰ ਆਪਣਾ ਧਿਆਨ ਨਹੀਂ ਹੈ। ਐਂਡ ਮੇਬੀ ਇਹ ਇਸ ਕਰਕੇ ਕਿਉਂਕਿ ਆਪਾਂ ਇਨਫ ਨਹੀਂ ਕਰ ਰਹੇ ਐਜ਼ ਸਿਟੀਜ਼ਨਸ, ਆਈ ਡੋਂਟ ਨੋ। ਸਮਟਾਈਮਸ ਮੈਂ ਇਹ ਸੋਚਦੀ ਹਾਂ ਕਿ ਮੇਬੀ ਸਾਡੀ ਵੋਇਸ ਆਪਣੇ ਰੈਗੂਲੇਟਰ ਤੱਕ, ਆਪਣੇ ਲੈਜਿਸਲੇਟਰਸ ਤੱਕ ਨਹੀਂ ਪਹੁੰਚ ਰਹੀ, ਜਾਂ ਪਹੁੰਚ ਰਹੀ ਹੈ ਉਹ ਅਣਗਹਿਲੀ ਕਰਦੇ ਜਾਂ ਫਿਰ ਅਸੀਂ ਗਲਤ ਚੀਜ਼ਾਂ ਵੋਇਸ ਆਊਟ ਕਰ ਰਹੇ ਹਾਂ। ਆਈ ਥਿੰਕ ਆਪਾਂ ਸਾਰੇ ਟੈਕਸ ਪੇ ਕਰਦੇ ਹਾਂ, ਇਨਫਲੇਸ਼ਨ ਵੱਧ ਰਹੀ ਹੈ, ਸਾਰਾ ਕੁਛ ਹੋ ਰਿਹਾ ਵਾ, ਬਟ ਇਹ ਟੈਕਸਿਸ ਵਧਣੇ ਘਟਣਗੇ ਨਹੀਂ, ਇਹ ਵਧਣਗੇ ਹੀ ਜਿਸ ਤਰ੍ਹਾਂ ਆਪਾਂ ਜਾ ਰਹੇ ਹਾਂ। ਇੱਕ ਮੈਸੇਜ ਹੈ, ਕਮੈਂਟ ਹੈ ਪੁਨੀਤ ਦਾ ਕਿ ਜਿਹੜੇ ਕਹਿੰਦੇ ਮੈਂ ਕਈ ਪੈਰੈਂਟਸ ਨੂੰ ਜਾਣਦਾ ਜਿਨ੍ਹਾਂ ਦੇ ਬੱਚੇ ਆਰਟਿਸਟਿਕ ਨੇ। ਹਾਂਜੀ, ਅਤੇ ਉਹਨਾਂ ਨੂੰ ਪਿਛਲੇ 3 ਸਾਲ ਤੋਂ ਫੰਡਿੰਗ ਨਹੀਂ ਮਿਲ ਰਹੀ, ਅਤੇ ਇੱਕ ਪਾਸੇ ਇਹ ਸਿਚੁਏਸ਼ਨ ਹੈ ਅਤੇ ਦੂਜੇ ਪਾਸੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ ਐਗਜ਼ੈਕਟਲੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਜਿਹੜੇ ਸੈਕਟਰਸ ਨੂੰ ਲੋੜ ਹੈ, ਹੁਣ ਬੱਚੇ ਜਿਹੜੇ ਆਰਟਿਸਟਿਕ ਨੇ, ਇਟਸ ਅ ਰੀਅਲ ਨੀਡ। ਐਂਡ ਆਈ ਥਿੰਕ ਜਦੋਂ ਫੋਰਡ ਐਜ਼ ਅ ਪ੍ਰੋਵਿੰਸਿਸ ਪ੍ਰੀਮੀਅਰ ਆਏ ਸੀਗੇ ਉਦੋਂ ਕਾਫੀ ਕੰਟਰੋਵਰਸੀ ਸੀਗੀ, ਉਹਨਾਂ ਨੇ ਫੰਡਿੰਗ ਬਹੁਤ ਜ਼ਿਆਦਾ ਕਲॉ ਬੈਕ ਕਰਤੀ ਸੀ, ਫਿਰ ਕਾਫੀ ਪੁਸ਼ ਬੈਕ ਤੋਂ ਬਾਅਦ ਥੋੜ੍ਹੀ ਰਿਲੀਜ਼ ਕੀਤੀ ਸੀ, ਐਂਡ ਫਿਰ ਬਹੁਤ ਕ੍ਰਾਈਟੀਰੀਆ ਉਹਨਾਂ ਨੇ ਚੇਂਜ ਕਰਤਾ ਸੀ। ਬਟ ਦ ਮੇਨ ਗੋਲ ਇਜ਼ ਕਿ ਉਹ ਆਡੀਟਰ ਜਨਰਲ ਆਪ ਕਹਿ ਰਹੇ ਨੇ ਕਿ ਫੰਡਿੰਗ ਵੇਸਟ ਹੋ ਰਹੀ ਹੈ, ਅਤੇ ਉਹ ਫੰਡਿੰਗ ਜੇ ਕਲੈਕਟ ਹੋ ਰਹੀ ਹੈ ਤਾਂ ਰੀਐਲੋਕੇਟ ਵੀ ਹੋ ਸਕਦੀ ਹੈ, ਸੱਚ ਐਜ਼ ਆਪਣੇ ਆਰਟਿਸਟਿਕ ਪ੍ਰੋਗਰਾਮ 'ਚ। ਇਹ ਨਹੀਂ ਹੈ ਕਿ ਪੈਸੇ ਨਹੀਂ ਹਨ, ਪੈਸੇ ਬਰਬਾਦ ਹੋ ਰਹੇ ਨੇ, ਗਲਤ ਜਗ੍ਹਾ 'ਤੇ ਜਾ ਰਹੇ ਨੇ, ਅਤੇ ਜਿੱਥੇ ਨਹੀਂ ਜ਼ਰੂਰਤ ਹੈ ਉੱਥੇ ਜਾ ਰਹੇ ਨੇ। ਤੁਸੀਂ ਸੋਚੋ ਕਿ ਕਿਸੇ ਇੰਡੀਵਿਜੂਅਲ ਨੂੰ ਇੱਕ ਵਾਰੀ ਅਪਰੂਵ ਕਰਤਾ ਬਿਨਾਂ ਫਾਈਨੈਂਸ਼ੀਅਲ ਚੈੱਕ ਤੋਂ, ਬਿਨਾਂ ਕਿਸੇ ਪੈਰਵਾਈ ਤੋਂ, ਜਸਟ ਬੇਸਡ ਔਨ ਐਪਲੀਕੇਸ਼ਨ, ਕੀ ਪਤਾ ਕਿ ਉਹ ਐਕਚੁਅਲੀ ਕੁਆਲੀਫਾਈ ਕਰ ਰਿਹਾ ਕਿ ਨਹੀਂ, ਕੀ ਪਤਾ ਉਹਨਾਂ ਕੋਲ ਹੋਰ ਕੈਸ਼ ਜੋਬ ਹੈ ਜਾਂ ਕੁਛ ਹੋਰ ਕਰ ਰਿਹਾ ਹੈ ਕਿ ਨਹੀਂ। ਐਂਡ ਆਪਾਂ ਸਾਰਿਆਂ ਨੇ ਇਹ ਸੁਣਿਆ ਹੋਊਗਾ ਆਪਣੀ ਕਮਿਊਨਿਟੀਜ਼ ਦੇ ਵਿੱਚ, ਨੇਬਰਹੁੱਡਸ ਦੇ ਵਿੱਚ, ਕਿ ਫਲਾਨਾ ਬੰਦਾ ODSP ਰੈਸੀਪੀਐਂਟ ਹੈ ਅਤੇ ਉਹ ਕੈਸ਼ ਜੋਬ ਕਰ ਰਿਹਾ, ਐਂਡ ਇਹ ਲੋਕ ਕਰ ਰਹੇ ਨੇ। ਐਂਡ ਇਨਫੈਕਟ ਇਹ ਮੇਰਾ ਪਰਸਨਲ ਐਕਸਪੀਰੀਅੰਸ ਵੀ ਹੈ, ਮੈਂ ਖੁਦ ਜਾਣਦੀ ਹਾਂ ਬਹੁਤ ਇਹੋ ਜਿਹੇ ਹਾਊਸ ਹੋਲਡਸ ਨੂੰ ਕਿ ਜਿਹੜੇ ODSP ਕਲੇਮ ਕਰ ਰਹੇ ਨੇ, ਐਂਡ ਉਹ ਆਲਮੋਸਟ 15-20 ਸਾਲਾਂ ਤੋਂ ਕਰ ਰਹੇ ਨੇ, ਐਂਡ ਉਹ ਸਾਈਟ 'ਤੇ ਉਹਨਾਂ ਨੇ ਆਪਣੇ ਛੋਟੇ ਮੋਟੇ ਆਪਣੇ ਬਿਜ਼ਨਸ ਸ਼ੁਰੂ ਕੀਤਾ ਹੈ, ਘਰੋਂ ਕੋਈ ਕੇਟਰਿੰਗ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਸੋ ਕੰਪਲੀਟ ਮਿਸਯੂਜ਼ ਆਫ ਫੰਡਸ। ਇੱਕ ਹੋਰ ਇੰਪੋਰਟੈਂਟ ਚੀਜ਼ ਇਹਨਾਂ ਨੇ ਮਿਨਿਸਟਰੀ ਨੇ ਕਹੀ, ਆਡੀਟਰ ਜਨਰਲ ਨੇ ਕਹੀ ਆ ਕਿ ਜਿਹੜੇ ਐਜੂਡੀਕੇਟਰਸ ਨੇ, ਕੇਸ ਵਰਕਰ ਤੋਂ ਬਾਅਦ ਜਦੋਂ ਉਹਨਾਂ ਨੇ ਅਪਰੂਵ ਕਰਤਾ, ਫਿਰ ਐਜੂਡੀਕੇਟਰ ਕੋਲ ਫਾਈਲ ਜਾਂਦੀ ਹੈ, ਉਹ ਫਾਈਨਲ ਸਾਈਨ ਆਫ ਕਰਦੇ ਹੈ ਕਿ ਹਾਂਜੀ ਇਹ ਅਪਰੂਵ ਹੋ ਗਈ ਅਤੇ ਇਹਨਾਂ ਨੂੰ ਆਪਾਂ ਪ੍ਰੋਗਰਾਮ 'ਚ ਪਾ ਦਈਏ। ਆਡੀਟਰ ਜਨਰਲ ਕਹਿ ਰਹੇ ਨੇ ਕਿ ਅਸੀਂ 5 ਡਿਫਰੈਂਟ ਜਿਹੜੇ ODSP ਦੇ ਸੈਂਟਰਸ ਨੇ ਉਹਦੇ ਵਿੱਚੋਂ ਡਿਫਰੈਂਟ ਐਜੂਡੀਕੇਟਰਸ ਨੂੰ ਰਿਵਿਊ ਕੀਤਾ, ਅਤੇ ਉਹ 2 ਦਾ ਕੰਪੈਰੀਜ਼ਨ ਦੱਸ ਰਹੇ ਨੇ। ਉਹ ਕਹਿੰਦੇ ਵੀ ਇੱਕ ਐਜੂਡੀਕੇਟਰ ਨੇ 100% ਜਿੰਨੀਆਂ ਫਾਈਲਸ ਉਹਨਾਂ ਕੋਲ ਸੀਗੀਆਂ ਉਹਨਾਂ ਨੇ ਅਪਰੂਵ ਕੀਤੀਆਂ ODSP ਵਾਸਤੇ, ਵੈਰਾਜ਼ ਦੂਸਰੇ ਐਜੂਡੀਕੇਟਰ ਨੇ ਸਿਰਫ 20% ਉਹਨਾਂ ਨੇ ਅਪਰੂਵ ਕੀਤੀਆਂ। ਸੋ ਕਹਿੰਦੇ ਵੀ ਇਹ ਡਿਫਰੈਂਸ ਜਿਹੜਾ 80% ਦਾ ਇਹ ਕਿੱਦਾਂ ਹੋ ਸਕਦਾ ਵਾ ਫਰੋਮ ਵਨ ਐਜੂਡੀਕੇਟਰ ਟੂ ਅਨਦਰ। ਉਹ ਕਹਿੰਦੇ ਵੀ ਔਨ ਟੋਪ ਆਫ ਇਟ ਮਿਨਿਸਟਰੀ ਕੋਲ ਕੋਈ ਵੀ ਮੈਥੋਡੋਲੋਜੀ, ਕੋਈ ਵੀ ਸਿਸਟਮ, ਕੋਈ ਵੀ ਪ੍ਰੋਸੈਸ ਨਹੀਂ ਹੈ ਜਿਹੜੇ ਅਪਰੂਵਡ ਕੇਸਿਸ ਨੇ ਐਜੂਡੀਕੇਟਰ ਨੂੰ ਉਹਨਾਂ ਨੂੰ ਵੈਰੀਫਾਈ ਵੈਲੀਡੇਟ ਕਰਨ ਦਾ, ਜਾਂ ਉਹਨਾਂ ਨੂੰ ਕੁਐਸਚਨ ਕਰਨ ਦਾ ਵੀ ਤੁਸੀਂ ਅਪਰੂਵ ਕੀਤੇ ਆ ਜਾਂ ਡਿਸਅਪਰੂਵ ਕੀਤੇ ਆ, ਕਿਉਂ ਕੀਤੇ ਆ ਜਾਂ ਕਿਉਂ ਨਹੀਂ ਕੀਤੇ। ਸੋ ਇਟਸ ਲਾਈਕ ਅ ਕੰਪਲੀਟ ਬਲੈਕ ਹੋਲ। ਇਹ ਤਾਂ ਇਹ ਹੈ ਕਿ ਜਿੰਨਾ ਪੈਸਾ ਇਸ ਤਰ੍ਹਾਂ ਬਰਬਾਦ ਹੋ ਰਿਹਾ,
ਇਹੀ ਪੈਸਾ ਜਿਹੜੇ ਇਹ ਸਰਕਾਰੀ ਮਹਿਕਮੇ ਨੇ ਇਹਨਾਂ ਦੇ ਵਿੱਚ ਜਿਹੜੇ ਇੰਸਪੈਕਟਰਸ ਨੇ ਜਾਂ ਸਾਰਾ ਲੋਕ ਜੋ ਕੰਮ ਕਰਨ ਵਾਲੇ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਹੁਣ ਬਿਲਕੁਲ ਜਿਵੇਂ ਹਰ ਜਗ੍ਹਾ ਆਉਂਦਾ ਨਾ ਕਿ ਸਾਡੇ ਕੋਲ ਜੀ ਸਟਾਫ ਦੀ ਕਮੀ ਹੈ, ਸਾਡੇ ਹਾਂਜੀ ਕੋਲ ਪੁਲਿਸ 'ਚ ਵੀ ਕਮੀ ਹੈ, ਸਾਡੇ ਕੋਲ ਹਰ ਚੀਜ਼ ਦੀ ਕਮੀ ਹੈ। ਜਿੰਨਾ ਪੈਸਾ ਇਹ ਬਰਬਾਦ ਹੋ ਰਿਹਾ ਹੈ ਉਹ ਇਸ ਕੰਮ ਲਈ ਵੀ ਲਾਇਆ ਜਾ ਸਕਦਾ। ਬਿਲਕੁਲ ਹੋ ਸਕਦਾ। ਇਨਫੈਕਟ ਤੁਸੀਂ ਇਹ ਜਿਹੇ ਸਰਵਿਸਿਜ਼ ਨੂੰ ਪ੍ਰਾਈਵੇਟਾਈਜ਼ ਵੀ ਕਰ ਸਕਦੇ ਹੋ, ਤੁਸੀਂ ਇਨਵੈਸਟੀਗੇਟਰਸ ਕਰ ਸਕਦੇ ਹੋ, ਤੁਸੀਂ ਛੋਟੀਆਂ ਕੰਪਨੀਜ਼, ਤੁਸੀਂ ਦੇਖੋ ਓਪਰਚੁਨਿਟੀ ਕਿੰਨੀ ਵੱਧਦੀ ਹੈ। ਆਪਾਂ ਇੱਕ ਪਾਸੇ ਰੌਲਾ ਪਾ ਰਹੇ ਹਾਂ ਵੀ ਇਨਫ ਜੌਬਸ ਨਹੀਂ ਹੈਗੀਆਂ, ਇਨਫ ਓਪਰਚੁਨਿਟੀਜ਼ ਨਹੀਂ ਹੈਗੀਆਂ। ਕਿੰਨੇ ਲੋਕ ਨੇ ਜਿਹੜੇ ਅਨਐਮਪਲੋਇਡ ਨੇ, ਐਂਡ ਸਪੈਸ਼ਲੀ ਆਫਟਰ ਕੋਵਿਡ ਬਹੁਤ ਸਪੈਸ਼ਲੀ ਆਪਣੇ ਜਿਹੜੇ ਸਟੂਡੈਂਟਸ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਲਿਆ ਰਹੇ ਹਾਂ, ਕਿੰਨੇ ਉਹਨਾਂ 'ਚੋਂ ਸੋਸ਼ਲ ਵਰਕ ਦਾ ਪ੍ਰੋਗਰਾਮ ਪੜ੍ਹਦੇ ਨੇ, PSW ਦਾ ਕੰਮ ਕਰਦੇ ਨੇ। ਉਹਨਾਂ ਬੱਚਿਆਂ ਨੂੰ ਕਿਉਂ ਨਹੀਂ ਟ੍ਰੇਨ ਕੀਤਾ ਜਾਂਦਾ? ਛੋਟੇ ਸਮਾਲ ਮੀਡੀਅਮ ਬਿਜ਼ਨੈਸਿਸ ਕਿਉਂ ਨਹੀਂ ਖੋਲ੍ਹੇ ਜਾਂਦੇ? ਅੱਛਾ, ਆਪਣੀ ਗੱਲ ਤੇ ਫਿਰ ਜ਼ਿਆਦਾ ਲੰਬੀ ਵੀ ਹੋ ਸਕਦੀ ਹੈ, ਮੈਸੇजेस ਹੋਰ ਵੀ ਕਾਫੀ ਜ਼ਿਆਦਾ ਨੇ। ਆਖਰ ਦੇ ਜੇ ਤੁਸੀਂ ਬਹੁਤ ਥੋੜ੍ਹੇ ਸ਼ਬਦਾਂ 'ਚ ਕਿ ਇਹਦਾ ਜਿਵੇਂ ਕੁਝ ਦੋਸਤਾਂ ਦੇ ਮੈਸੇजेस ਨੇ, ਇਹਨੂੰ ਰੋਕਿਆ ਕਿਵੇਂ ਜਾ ਸਕਦਾ? ਆਈ ਥਿੰਕ ਪ੍ਰੋਗਰਾਮ ਇਨ ਇਟਸੈਲਫ ਬਹੁਤ ਅੱਛਾ ਹੈ ਅਤੇ ਆਈ ਥਿੰਕ ਆਪਣੀ ਇੱਕ ਸੁਸਾਇਟੀ ਦਾ ਨੋਰਮ ਵੀ ਹੋਣਾ ਚਾਹੀਦਾ ਕਿ ਆਪਣੇ ਤੋਂ ਜਿਹੜਾ ਵੀਕਰ ਬੰਦਾ ਹੈ ਜਾਂ ਇੰਡੀਵਿਜੂਅਲ ਹੈ ਸੁਸਾਇਟੀ 'ਚ, ਆਪਣਾ ਅਖਲਾਕੀ ਫਰਜ਼ ਬਣਦਾ ਉਹਨਾਂ ਨੂੰ ਸਪੋਰਟ ਕਰਨ ਦਾ। ਬਟ ਅੱਖਾਂ ਬੰਦ ਕਰਕੇ ਨਹੀਂ, ਅੱਖਾਂ ਖੋਲ੍ਹ ਕੇ ਵੀ ਵਾਕਈ ਉਹ ਸਪੋਰਟ ਦੇ ਜ਼ਰੂਰਤਮੰਦ ਹੈ ਜਾਂ ਨਹੀਂ। ਹੁਣ ਆਪਣੇ ਜਿਹੜੇ ਮਿਨਿਸਟਰ ਨੇ ਇਸ ਮਿਨਿਸਟਰੀ ਨੂੰ ਹੈਂਡਲ ਕਰਦੇ ਨੇ, ਫੁਲਰਟਨ, ਉਹਨਾਂ ਨੇ ਆਈ ਥਿੰਕ ਮਾਰਚ 'ਚ ਜਦੋਂ ਇਹ ਫੰਡਿੰਗ ਅਨਾਊਂਸ ਹੋਈ ਹੈ ਦੁਬਾਰਾ, ਲਾਈਕ ਜਦੋਂ ਇਹਨਾਂ ਨੇ ਬਜਟ ਆਪਣਾ ਕੀਤਾ ਫੋਰਡ ਗਵਰਨਮੈਂਟ ਨੇ, ਅਤੇ ਇਹਨਾਂ ਦੀ 5.4 ਬਿਲੀਅਨ ਦੀ ਪ੍ਰੋਜੈਕਸ਼ਨ ਸੀਗੀ ਇਸ ਪਰਟੀਕੂਲਰ ਪ੍ਰੋਗਰਾਮ ਵਾਸਤੇ। ਉਹਨਾਂ ਨੇ ਕਿਹਾ ਵੀ ਅਸੀਂ ਇਨਫਲੇਸ਼ਨ ਨੂੰ ਇੰਡੈਕਸ ਕਰਨਾ ਚਾਹੁੰਦੇ ਹਾਂ, ਅਸੀਂ ਇਹ ਐਕਟ ਖੋਲ੍ਹਣਾ ਖੋਲ੍ਹਣਾ ਮੀਨਸ ਇਟਸ ਅ ਲੀਗਲ ਪ੍ਰੋਸੀਜਰ ਕਿ ਐਕਟ ਨੂੰ ਰਿਵਿਊ ਕੀਤਾ ਜਾਊਗਾ ਤਾਂ ਉਹਦੇ ਵਿੱਚ ਅਮੈਂਡਮੈਂਟਸ ਅਤੇ ਚੇਂਜਸ ਲਿਆਂਦੀਆਂ ਜਾਣਗੀਆਂ। ਪਰ ਉਹ ਬਹੁਤ ਨੈਰੋ ਜਗ੍ਹਾ 'ਤੇ ਬੋਲ ਰਹੇ ਸੀ, ਐਂਡ ਮੇ ਬੀ ਉਹਨਾਂ ਕੋਲ ਵੱਡਾ ਪਲਾਨ ਹੋਵੇ, ਕੋਈ ਪ੍ਰੋਪਰ ਬਿੱਲ ਹੋਵੇ, ਪਾਸ ਹੋਵੇ ਐਂਡ ਉਹ ਐਨੈਕਟ ਹੋਵੇ। ਬਟ ਉਹਨਾਂ ਨੇ ਜੋ ਕਮੈਂਟ ਕੀਤਾ ਸੀ ਉਹ ਇਹੀ ਕੀਤਾ ਸੀਗਾ ਕਿ ਅਸੀਂ ਜਿਹੜੀ ਇਨਫਲੇਸ਼ਨ ਹੈ ਉਸ ਨੂੰ ਆਪਾਂ ਐਕਟ ਦੇ ਵਿੱਚ ਸ਼ਾਮਲ ਕਰਨਾ ਹੈ, ਕਿ ਜਿਸ ਤਰ੍ਹਾਂ ਇਨਫਲੇਸ਼ਨ ਵੱਧ ਰਹੀ ਹੈ, ਪ੍ਰਾਈਸ ਇੰਡੈਕਸ ਆਪਣੀ ਜਿਹੜੀ ਕੈਨੇਡੀਅਨ ਪ੍ਰਾਈਸ ਇੰਡੈਕਸ ਹੈ ਉਹਦੇ ਅਕੋਰਡਿੰਗਲੀ ਆਪਾਂ ODSP ਫੰਡਿੰਗ ਵੀ ਵਧਾਵਾਂਗੇ। ਹੁਣ ਜਾਣੀ ਕਿੱਥੋਂ ਆ, ਜਾਣੀ ਤਾਂ ਟੈਕਸ ਵਧੇਗੀ, ਪਰ ਜਿਹੜਾ ਆਹ ਅਬਿਊਜ਼ ਹੋ ਰਿਹਾ ਹਾਂਜੀ ਉਹਦੇ ਨਾਲ ਰਿਵਿਊ ਹੋਣਾ ਚਾਹੀਦਾ। ਬਿਲਕੁਲ। ਸੋ ਅਗਰ ਆਪਾਂ ਐਕਟ ਨੂੰ ਖੋਲ੍ਹ ਰਹੇ ਹਾਂ, ਉਹਨੂੰ ਰਿਵਿਊ ਕਰ ਰਹੇ ਹਾਂ, ਉਹਨੂੰ ਆਪਾਂ ਉਹਦੇ 'ਚ ਆਪਾਂ ਚੇਂਜਸ ਲਿਆ ਰਹੇ ਹਾਂ, ਆਪਾਂ ਨੂੰ ਆਲਰੇਡੀ ਇਨਫ ਇਨਫੋਰਮੇਸ਼ਨ ਹੈਗੀ ਆਡੀਟਰ ਜਰਨਲ ਤੋਂ ਕਿ ਕੀ ਖਾਮੀਆਂ ਨੇ, ਕੀ ਕਮੀਆਂ ਨੇ। ਸੋ ਇਹ ਓਪਰਚੁਨਿਟੀ ਹੈਗੀ ਆ ਉਸ ਐਕਟ ਨੂੰ ਰੀਵਿਜ਼ਿਟ ਕਰਨ ਦਾ। ਐਂਡ ਮੇ ਬੀ ਵੈਰੀ ਪ੍ਰੈਕਟੀਕਲੀ ਕੁਝ ਚੀਜ਼ਾਂ ਨੂੰ ਜੇ ਤੁਸੀਂ ਨਹੀਂ ਅਬਜ਼ੋਰਬ ਕਰ ਸਕਦੇ, ਉਹਨੂੰ ਫਾਰਮ ਆਊਟ ਕਰੋ ਕੁਝ ਸਰਵਿਸਿਜ਼ ਨੂੰ। ਅਗਰ ਕੇਸ ਵਰਕਰਸ ਤੁਹਾਡੇ ਕੋਲ ਇਨਫ ਨਹੀਂ ਹੈਗੇ, ਤੁਸੀਂ ਪ੍ਰਾਈਵੇਟਾਈਜ਼ ਕਰੋ ਉਸ ਚੀਜ਼ ਨੂੰ। ਜਿੰਨਾ ਤੁਸੀਂ ਵੇਸਟ ਕਰ ਰਹੇ ਹੋ ਉਸ ਤੋਂ ਤਾਂ ਥੋੜ੍ਹੇ ਪੈਸੇ ਡੈਫੀਨੇਟਲੀ ਕਿਵੇਂ ਹੁਣ ਕੀ ਕਰਨਾ ਉਹਨਾਂ ਨੇ ਨਵਾਂ ਇਹਦੇ ਜਿਹੜਾ ਕ੍ਰਾਈਟੀਰੀਆ ਉਹਨਾਂ ਦੀ ਮਤਲਬ ਉਹਨਾਂ ਨੇ ਦੇਖਣਾ ਹੋਏਗਾ। ਪਰ ਡੈਫੀਨੇਟਲੀ ਜੇ ਇੰਨਾ ਅਬਿਊਜ਼ ਹੋ ਰਿਹਾ ਤੇ ਰਿਵਿਊ ਕਰਨ ਦੀ ਜ਼ਰੂਰਤ ਹੈ। ਉਹਨਾਂ ਇਕੱਲਾ ਸਿਰਫ ਇੱਕ ਪ੍ਰੋਗਰਾਮ ਨਹੀਂ, ਅੱਗੇ ਆਪਾਂ WSIB ਬਾਰੇ ਵੀ ਗੱਲ ਕਰਾਂਗੇ, ਉਹਦੇ 'ਚ ਬਹੁਤ ਜ਼ਿਆਦਾ ਪੈਸਾ ਖਰਾਬ ਹੋ ਰਿਹਾ। ਸੋ ਹੋਰ ਕਿੰਨੇ ਹੀ ਪ੍ਰੋਗਰਾਮ ਨੇ ਇਹੋ ਜਿਹੇ ਤੇ ਮਤਲਬ ਲੰਬੀ ਕਹਾਣੀ ਹੈ ਜੀ। ਹਾਂਜੀ। ਤੇ ਪਰ ਹੁਣ ਸਾਨੂੰ ਇੱਥੇ ਗੱਲ ਖਤਮ ਕਰਨੀ ਪੈਣੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਥੈਂਕ ਯੂ ਸ਼ਿਮਲ।